ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਆਪ ਜੀ ਜੁੜ ਚੁੱਕੇ ਹੋ ਇਸ ਸਵੇਰ ਦੀ ਆਨਲਾਈਨ ਗੁਰਮਤਿ ਕਲਾਸ ਵਿੱਚ, ਜਿਸ ਵਿੱਚ ਆਪਾਂ ਭਾਈ ਗੁਰਦਾਸ ਜੀ ਦੀ ਪਹਿਲੀ ਜਿਹੜੀ ਵਾਰ ਹੈ ਉਹਨੂੰ ਵਿਚਾਰ ਰਹੇ ਹਾਂ। ਜਿਸ ਵਿੱਚ ਭਾਈ ਗੁਰਦਾਸ ਜੀ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਰੇ ਬੜਾ ਸੁੰਦਰ ਢੰਗ ਦੇ ਨਾਲ ਬਿਆਨ ਕੀਤਾ ਹੈ। ਸਤਿਗੁਰਾਂ ਦੀਆਂ ਉਦਾਸੀਆਂ ਬਾਰੇ, ਸਤਿਗੁਰਾਂ ਦੇ ਜਗਤ ਜਰੰਦੇ ਨੂੰ ਤਾਰਨ ਬਾਰੇ ਬਹੁਤ ਸੁੰਦਰ ਢੰਗ ਦੇ ਨਾਲ ਇਸ ਪਾਵਨ ਵਾਰ ਦੇ ਅੰਦਰ ਸਤਿਗੁਰਾਂ ਨੇ ਦੱਸਣਾ ਕੀਤਾ ਹੈ। ਪਿਛਲੇ ਦਿਨਾਂ 'ਚ ਆਪਾਂ ਸਾਧ ਸੰਗਤ ਵਿਚਾਰਿਆ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨੂੰ ਤਾਰਿਆ, ਉਪਦੇਸ਼ ਬਖਸ਼ਿਸ਼ ਕੀਤਾ ਹੈ। ਫਿਰ ਗੁਰੂ ਨਾਨਕ ਸਾਹਿਬ ਮੱਕੇ ਵੱਲ ਨੂੰ ਗਏ ਨੇ ਤੇ ਉੱਥੇ ਜਾ ਕੇ ਸਤਿਗੁਰਾਂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੱਕੇ ਦੇ ਕਾਜ਼ੀਆਂ ਮਲਾਉਣਿਆਂ ਦੇ ਨਾਲ ਜਾ ਕਰਕੇ ਤੇ ਉੱਥੇ ਉਹਨਾਂ ਨੂੰ ਉਪਦੇਸ਼ ਦਿੱਤਾ ਹੈ। ਸਤਿਗੁਰਾਂ ਨੇ ਨਾਮਦਾਨ ਇਸ਼ਨਾਨ ਦਾ ਉਪਦੇਸ਼ ਸਤਿਗੁਰੂ ਦ੍ਰਿੜ ਕਰਵਾ ਰਹੇ ਆ। ਬਗਦਾਦ ਦੀ ਧਰਤੀ ਤੇ ਸਤਿਗੁਰੂ ਗਏ ਆ, ਉੱਥੋਂ ਦੇ ਪੀਰ ਦਸਤਗੀਰ ਦੇ ਨਾਲ ਮੁਲਾਕਾਤ ਹੋਈ ਹੈ ਸਤਿਗੁਰਾਂ ਦੀ। ਪੀਰ ਦਸਤਗੀਰ ਆਪਣੇ ਦੇ ਅੰਦਰ ਹੰਕਾਰ ਕਰਦਾ ਹੈ ਕਿ ਮੈਂ ਹੀ ਸਭ ਤੋਂ ਵੱਡਾ ਪੀਰ ਹਾਂ, ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭੇਟ ਹੁੰਦੀ ਹੈ, ਗੁਰੂ ਸਾਹਿਬ ਨੂੰ ਸਵਾਲ ਜਵਾਬ ਕਰਦਾ ਹੈ ਤੇ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸ਼ੰਕੇ ਨਿਵਰਤ ਕਰਦੇ ਆ। ਫਿਰ ਇਹ ਸਤਿਗੁਰਾਂ ਦੇ ਹਜ਼ੂਰ ਝੁੱਕ ਕੇ ਨਮਸਕਾਰਾਂ ਕਰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਗੁਰੂ ਸਾਹਿਬ ਨੇ ਸਾਰੀ ਧਰਤੀ ਦਾ ਜਿਹੜਾ ਭ੍ਰਮਣ ਕੀਤਾ ਹੈ, ਜੋ ਆਪਾਂ ਕੱਲ੍ਹ ਵਿਚਾਰਿਆ ਸੀ, ਗੜ ਬਗਦਾਦ ਨਵਾਏ ਕੇ ਮੱਕਾ ਮਦੀਨਾ ਸਭ ਨਿਵਾਇਆ, ਜਿੱਤੀ ਨੌਖੰਡ ਪ੍ਰਿਥਵੀ ਸਤਿਨਾਮ ਦਾ ਚੱਕਰ ਸਤਿਗੁਰਾਂ ਨੇ ਸਾਰੇ ਪਾਸੇ ਫੈਲਾ ਦਿੱਤਾ। ਸੰਸਾਰ ਦੀ ਹਰ ਜਗ੍ਹਾ ਦੇ ਉੱਤੇ ਧੰਨ ਗੁਰੂ ਨਾਨਕ ਦੀ ਆਵਾਜ਼ ਜਿਹੜੀ ਆ ਰਹੀ ਹੈ। ਮੁਸਲਮਾਨ ਸਿੱਖ ਜਿਹੜਾ ਵੀ ਸਤਿਗੁਰਾਂ ਦੇ ਚਰਨੀ ਪੈਂਦਾ ਹੈ, ਹਿੰਦੂ ਪੈਂਦਾ ਹੈ, ਉਹ ਸਾਰੇ ਤਰ੍ਹਾਂ ਦੀ ਹੋਰ ਕਰਮ ਕਾਂਡਾਂ ਤੋਂ ਛੁੱਟ ਕੇ ਨਾਮ ਬੰਦਗੀ ਦੇ ਵਿੱਚ ਲੱਗ ਜਾਂਦਾ ਹੈ। ਮੁਸਲਮਾਨ ਜਿਹੜਾ ਉਹ ਸ਼ਰ੍ਹਾ ਦੇ ਜਿਹੜੇ ਪ੍ਰਬੰਧ ਆ ਉਹਨਾਂ ਤੋਂ ਉੱਪਰ ਉੱਠ ਕੇ ਨਾਮਦਾਨ ਦੇ ਨਾਲ, ਜੋ ਸਤਿਗੁਰਾਂ ਦਾ ਬਖਸ਼ਿਸ਼ ਉਪਦੇਸ਼ ਉਹਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰਦਾ ਹੈ। ਇਸੇ ਤਰ੍ਹਾਂ ਸਤਿਗੁਰਾਂ ਨੇ ਆਪਣੀਆਂ 3 ਉਦਾਸੀਆਂ ਜਿਹੜੀਆਂ ਸੰਪੂਰਨ ਕੀਤੀਆਂ ਨੇ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਰਤਾਰਪੁਰ ਦੀ ਧਰਤੀ ਤੇ ਆਣ ਕੇ ਰਹਿਣ ਬਸੇਰਾ ਕੀਤਾ ਹੈ। ਉਹਦੇ ਬਾਰੇ ਭਾਈ ਗੁਰਦਾਸ ਜੀ ਨੇ ਅੱਜ ਦੀ ਇਸ ਵਿਸ਼ੇਸ਼ ਪੌੜੀ ਦੇ ਵਿੱਚ ਸਤਿਗੁਰਾਂ ਦਾ ਪੂਰਾ ਉਹ ਕਰਤਾਰਪੁਰ ਦਾ ਜ਼ਿਕਰ ਕੀਤਾ ਹੈ। ਕਰਤਾਰਪੁਰ ਦੇ ਬਾਰੇ ਆਪਾਂ ਵਿਚਾਰ ਕਰਨੀ ਹੈ। ਉਸ ਤੋਂ ਪਹਿਲਾਂ ਆਪਾਂ ਉਹ ਪੌੜੀ ਨੂੰ ਵਿਚਾਰ ਲਈਏ ਕਿ ਉਪਦੇਸ਼, ਕਿਉਂਕਿ ਕਰਤਾਰਪੁਰ ਸਿੱਖੀ ਦਾ ਧੁਰਾ ਵੀ ਹੈ ਸਾਧ ਸੰਗਤ, ਕਿਉਂਕਿ ਉੱਥੋਂ ਹੀ ਸਾਡੀ ਮਰਿਆਦਾ ਜਿਹੜੀ ਸਤਿਗੁਰਾਂ ਨੇ ਬੰਨੀ ਹੈ। ਉਸ ਜਗ੍ਹਾ ਦੇ ਉੱਤੇ ਹੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਲਟੀ ਗੰਗਾ ਵਹਾ ਦਿੱਤੀ, ਜਿਹੜੀ ਗੱਲ ਅੱਜ ਭਾਈ ਗੁਰਦਾਸ ਜੀ ਨੇ ਕੀਤੀ ਆਪਣੀ ਇਸ ਪੌੜੀ ਦੇ ਅੰਦਰ। ਪਹਿਲੋਂ ਆਪਾਂ ਇਸ ਪੌੜੀ ਨੂੰ ਥੋੜ੍ਹਾ ਜਿਹਾ ਦੇਖ ਲਈਏ, ਫਿਰ ਉਸ ਤੋਂ ਬਾਅਦ ਆਪਾਂ ਵਿਚਾਰ ਚਰਚਾ ਆਰੰਭ ਕਰਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਆ, ਜੋ ਆਪ ਜੀ ਦੀ ਸਕਰੀਨ ਉੱਪਰ ਹੈ ਪੌੜੀ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਉਲਟੀ ਗੰਗ ਵਹਾਈ ਓਨ, ਗੁਰ ਅੰਗਦ ਸਿਰ ਉੱਪਰ ਧਾਰਾ, ਪੁੱਤਰੀ ਕੌਲ ਨਾ ਪਾਲਿਆ, ਮਨ ਕੋਟੇ ਆਕੀ ਨਿਸਿਆਰਾ, ਬਾਣੀ ਮੁਖੋਂ ਉਚਾਰੀਐ, ਹੋਏ ਰੁਸ਼ਨਾਈ ਮਿਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਧੁਨਕਾਰਾ, ਸੋ ਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ, ਗੁਰਮੁਖ ਭਾਰ ਅਥਰ ਬਣਤਾਰਾ। ਸੋ ਭਾਈ ਗੁਰਦਾਸ ਜੀ ਨੇ ਜੋ ਜ਼ਿਕਰ ਇਸ ਪੌੜੀ ਦੇ ਅੰਦਰ 38ਵੀਂ ਪੌੜੀ ਦੇ ਅੰਦਰ ਕੀਤਾ ਹੈ, ਕਰਤਾਰਪੁਰ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਸਤਿਗੁਰਾਂ ਨੇ ਕਰਤਾਰਪੁਰ ਦੀ ਧਰਤੀ ਦੇ ਉੱਤੇ ਉਪਦੇਸ਼ ਦਿੱਤੇ ਹਨ, ਕੀ ਮਰਿਆਦਾ ਮਹਾਰਾਜ ਨੇ ਬੰਨੀ ਹੈ। ਉਹਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਕਰਤਾਰਪੁਰ ਦੇ ਬਾਰੇ ਥੋੜ੍ਹੀ ਜਿਹੀ ਵਿਚਾਰ ਕਰ ਲਈਏ ਕਿ ਕਰਤਾਰਪੁਰ ਸਤਿਗੁਰਾਂ ਨੇ ਕਿਵੇਂ ਵਸਾਇਆ ਹੈ, ਕੀ ਉਸ ਸਮੇਂ ਦੇ ਇਸ ਧਰਤੀ ਨੂੰ ਵਸਾਉਣ ਦੇ ਸਤਿਗੁਰਾਂ ਦੇ ਕੀ ਕਾਰਨ ਸਨ, ਕਿਵੇਂ ਸਤਿਗੁਰਾਂ ਨੇ ਇਸ ਧਰਤੀ ਨੂੰ ਵਸਾਇਆ, ਉਹ ਸੂਚੀ ਵਾਰਤਾ ਆਪਾਂ ਸਾਂਝੀ ਕਰਨੀ ਹੈ। ਕਰਤਾਰਪੁਰ ਦੀ ਧਰਤੀ ਸਾਧ ਸੰਗਤ, ਇਸ ਜਗ੍ਹਾ ਦੇ ਉੱਤੇ ਰਾਵੀ ਦਾ ਕਿਨਾਰਾ ਹੈ।
इस रावी के किनारे जमीन भी चंगी है लोगों की, चंगा इत्थे लोग सिंचाई भी करते, अज भी करते हैं। खैर बड़ी चंगी फसल होंगी है इस जगह के उत्ते। ते धन गुरु नानक साहब ते मरदाना जी इत्थे आन के टिके आ कुछ समा। ते सतगुरु क्योंकि पिंडां दे विच घट ही ठहरते सन, ज़्यादातर बाहर बाहर ही रुकते सी। ते गुरु नानक साहब सच्चे पातशाह जी उत्थों नेड़े एक पिंड सी, उत्थों थोड़ा बाहर खेतों वाले पासे, ਜਿਹੜੇ पासे इन्हां लोकां दे खेत सन पिंड वालियां दे, उधर ठहरे। एक रुख दे हेठां सतगुरु बैठे आ ते कीर्तन जिहड़ा है वो सतगुरु ते भाई मरदाना जी करदे आ। भाई मरदाना जी कहते महाराज हुण इत्थे बैठे रहना, चलीए किसे पासे। सतगुरु कहते नहीं मरदानिया बैठ, हुण करतार दे रंग देख, सारा कुछ इत्थे ही वापरना जो वापरना है। 7 वचन कह के भाई मरदाना जी बैठ गए आ। 3 दिन लंघे आ, प्रशादा सतगुरां ने नहीं छकिया, ना ही भाई मरदाने ने छकिया है। ਤੇ ਨਾਲ ਹੀ ਸਾਧ ਸੰਗਤ ਨੇੜੇ ਲੋਕਾਂ ਦੇ ਖੇਤ ਆ ਜੋ ਖੇਤੀਬਾੜੀ ਕਰਨ ਵਾਸਤੇ ਆਇਆ ਜਾਇਆ ਕਰਦੇ ਸਨ ਉਸ ਪਾਸੇ ਨੂੰ। ਤੇ ਇੱਕ ਔਰਤ ਹੈ ਜਿਹਦਾ ਨਾਮ ਇਤਿਹਾਸ ਦੇ ਵਿੱਚ ਦੋਦਾ ਕਰਕੇ ਆਇਆ, ਦੋਦਾ ਰਾਣੀ, ਦੋਦੋ ਰਾਣੀ ਕਰਕੇ ਉਹਦਾ ਨਾਮ ਇਤਿਹਾਸ ਦੇ ਵਿੱਚ ਆਇਆ। ਸਾਧ ਸੰਗਤ ਇਹ ਬੈਠੀ ਆ ਆਪਣੇ ਖੇਤਾਂ ਦੇ ਵਿੱਚ, ਆਪਣੇ ਪਤੀ ਵਾਸਤੇ ਭੱਤਾ ਲੈ ਕੇ ਗਈ ਆ, ਪ੍ਰਸ਼ਾਦਾ ਪਾਣੀ ਲੈ ਕੇ ਗਈ। ਇਹਦਾ ਪਤੀ ਹਲ ਵਾਹ ਰਿਹਾ ਤੇ ਇਹ ਜਦੋਂ ਸਿਰ ਦੇ ਉੱਤੇ ਭੱਤਾ ਰੱਖ ਕੇ ਜਾਂਦੀ, ਤੁਰੀ ਜਾਂਦੀ, ਤੇ ਕੰਨਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੀਰਤਨ ਦੀ ਆਵਾਜ਼ ਪੈਂਦੀ ਆ। ਪਹਿਲੇ ਦਿਨ ਲੰਘਦੀ ਹੈ, ਸੋਚਦੀ ਆ ਕਿ ਬੜਾ ਪਿਆਰਾ ਕੀਰਤਨ, ਬੜੀ ਪਿਆਰੀ ਆਵਾਜ਼ ਆ, ਤੇ ਸੁਣ ਕੇ ਲੰਘ ਜਾਂਦੀ ਹੈ, ਬੜਾ ਮਨ ਟਿਕਦਾ ਹੈ। ਅਗਲੇ ਦਿਨ ਫੇਰ ਆਉਂਦੀ ਹੈ ਤੇ ਮਨ ਫੇਰ ਬੜਾ ਟਿਕਦਾ ਜਦੋਂ ਉੱਥੋਂ ਦੀ ਲੰਘਦੀ ਹੈ, ਕੀਰਤਨ ਹੋ ਰਿਹਾ। ਜਦੋਂ ਤੀਸਰੇ ਦਿਨ ਲੰਘਦੀ ਆ ਤੇ ਸਤਿਗੁਰਾਂ ਦੇ ਸ਼ਬਦ ਦੀ ਆਵਾਜ਼ ਧੁਨ ਕੰਨਾਂ 'ਚ ਪੈਂਦੀ ਤੇ ਸੁਣਦੀ ਸੁਣਦੀ ਪਹੁੰਚ ਜਾਂਦੀ ਆ, ਆਪਣੇ ਪਤੀ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੀ ਆ, ਉੱਥੇ ਬੈਠ ਜਾਂਦੀ। ਪਤੀ ਇਹਦਾ ਪ੍ਰਸ਼ਾਦਾ ਪਾਣੀ ਛਕ ਕੇ ਆਪਣੇ ਕੰਮ 'ਚ ਲੱਗ ਜਾਂਦਾ। ਇਹ ਫਿਰ ਕੀ ਕਰਦੀ ਆ ਕਿ ਇੱਥੇ ਬੈਠੀ ਬੈਠੀ ਸੋਚਦੀ ਆ ਕਿ ਪਤਾ ਨਹੀਂ ਕੌਣ ਆ ਇਹ ਮਨੁੱਖ ਜਿਹੜੇ ਇੱਥੇ ਆਏ ਦੋਵੇਂ ਜਾਣੇ, ਪਤਾ ਨਹੀਂ ਇਸ ਧਰਤੀ ਦੇ ਕਿ ਹਨ ਕਿ ਪਤਾ ਨਹੀਂ ਕਿਹੜੀ ਧਰਤੀ ਦੇ ਆ ਜਿਹੜੇ ਇੱਥੇ ਆਣ ਕੇ ਏਡਾ ਸੋਹਣਾ ਕੀਰਤਨ ਕਰਦੇ ਪਏ। ਤੇ ਪਤਾ ਨਹੀਂ ਕੁਝ ਖਾਂਦੇ ਵੀ ਆ ਕਿ ਨਹੀਂ ਖਾਂਦੇ। 3 ਦਿਨ ਹੋ ਗਏ ਮੈਂ ਤੇ ਇਹਨਾਂ ਨੂੰ ਡਿੱਠਾ ਨਹੀਂ, ਕੁਝ ਖਾਧਾ, ਕੁਛ ਨਹੀਂ ਇਹਨਾਂ ਨੇ ਖਾਧਾ, 3 ਦਿਨ ਹੋ ਗਏ ਆ। ਇੱਦਾਂ ਦੀ ਵਿਚਾਰ ਮਨ 'ਚ ਫੁਰਦੀ ਆ ਤੇ ਕਿਤੇ ਕਹਿੰਦੀ ਆ ਕਿ ਮੈਂ ਜਾਵਾਂ ਤੇ ਜਾ ਕੇ ਪੁੱਛਾਂ ਕਿ ਕੌਣ ਹੋ ਤੁਸੀਂ, ਕਿੱਥੋਂ ਆਏ। ਤੇ ਫਿਰ ਮਨ 'ਚ ਦੂਸਰੀ ਵਿਚਾਰ ਆ ਜਾਂਦੀ ਕਿ ਲੈ ਕੀ ਪੁੱਛਣਾ ਹੈ, ਕੀ ਪਤਾ ਕੌਣ ਹੈ, ਰਾਹੀ ਹੋਣਗੇ, ਆਪੇ ਚਲੇ ਜਾਣਗੇ। ਇਸ ਤਰ੍ਹਾਂ ਕਰਦਿਆਂ ਕਰਦਿਆਂ ਇਹਦੇ ਮਨ ਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ, ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹੈ। ਇਹਨੇ ਮਨ 'ਚ ਵਿਚਾਰਿਆ ਚੱਲ ਪੁੱਛ ਹੀ ਲੈਣੀ ਕੌਣ ਹੈ। ਇਹ ਆਪਣਾ ਜਿਹੜਾ ਸੀ ਪ੍ਰਸ਼ਾਦਾ ਪਾਣੀ ਛਕਾ ਕੇ ਭਾਂਡੇ ਵਗੈਰਾ ਜੋ ਸਨ ਵਾਪਸ ਲੈ ਕੇ ਵਾਪਸ ਤੁਰੀ ਜਾਂਦੀ ਆ। ਤੇ ਜਾਂਦੀ ਹੋਈ ਫਿਰ ਗੁਰੂ ਨਾਨਕ ਸਾਹਿਬ ਵੱਲ ਨੂੰ ਹੋ ਜਾਂਦੀ, ਜਿੱਥੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਬੈਠੇ ਆ। ਉੱਥੇ ਜਾਂਦੀ ਆ ਤੇ ਗੁਰੂ ਨਾਨਕ ਸਾਹਿਬ ਜਿਹੜੇ ਉੱਥੇ ਨਹੀਂ ਹੁੰਦੇ, ਵੇਈ 'ਚ ਇਸ਼ਨਾਨ ਕਰਨ ਗਏ ਹੁੰਦੇ ਆ, ਤੇ ਭਾਈ ਮਰਦਾਨਾ ਜੀ ਉੱਥੇ ਬੈਠੇ ਹੁੰਦੇ ਆ। ਪੁੱਛ ਲੈਂਦੀ ਆ, ਕਹਿੰਦੀ ਕੌਣ ਹੋ ਤੁਸੀਂ, ਤੁਸੀਂ ਦੇਵਤੇ ਹੋ ਕਿ ਮਨੁੱਖ ਹੋ। ਭਾਈ ਮਰਦਾਨਾ ਜੀ ਕਹਿੰਦੇ ਅਸੀਂ ਤੇਰੇ ਵਰਗੇ ਮਨੁੱਖ ਆ। ਕੀ ਗੱਲ ਹੋ ਗਈ ਪੁੱਤਰੀ। ਕਹਿੰਦੀ ਮੈਂ 3 ਦਿਨ ਹੋ ਗਏ ਤੁਹਾਨੂੰ ਕੁਝ ਖਾਧਾ ਪੀਤਾ ਨਹੀਂ ਡਿੱਠਾ, ਤੁਸੀਂ ਕੋਈ ਖਾਂਦੇ ਪੀਂਦੇ ਨਹੀਂ, ਤੁਸੀਂ ਕੀ ਖਾਂਦੇ ਹੋ। ਤੇ ਭਾਈ ਮਰਦਾਨਾ ਜੀ ਕਹਿੰਦੇ ਕਿ ਅਸੀਂ ਤੇ ਜੋ ਮਿਲ ਜੇ ਉਹੀ ਛਕ ਲੈਂਦੇ ਹਾਂ, ਅਸੀਂ ਛਕਦੇ ਹਾਂ। ਕਹਿੰਦੀ ਫਿਰ ਤੁਸੀਂ 3 ਦਿਨ ਤੋਂ ਕੁਝ ਖਾਧਾ ਕਿਉਂ ਨਹੀਂ। ਭਾਈ ਮਰਦਾਨਾ ਜੀ ਕਹਿੰਦੇ ਕਿਸੇ ਨੇ ਕੁਝ ਦਿੱਤਾ ਨਹੀਂ ਤੇ ਅਸੀਂ ਖਾਧਾ ਨਹੀਂ। ਭਾਈ ਇਹ ਦੀ ਕਿਹੜੀ ਗੱਲ ਹੈ। ਤੇ ਉਹ ਅੱਗੇ ਹੈਰਾਨ ਹੋ ਕੇ ਕਹਿੰਦੀ ਆ ਦੋਦੋ ਰਾਣੀ, ਕਹਿੰਦੀ ਮਹਾਰਾਜ ਤੁਸੀਂ ਮਹਾਂਪੁਰਖੋ ਕੁਝ ਖਾਧਾ ਨਹੀਂ ਹੈ ਤੇ 3 ਦਿਨਾਂ ਦੇ ਵਿੱਚ ਤੇ ਬੰਦਾ ਭੁੱਖਾ ਮਰ ਜਾਂਦਾ। ਤੇ ਭਾਈ ਮਰਦਾਨਾ ਜੀ ਕਹਿੰਦੇ ਹਾਂ ਅਸੀਂ ਖਾਧਾ ਹੈ। ਫਿਰ ਕੀ ਖਾਧਾ ਹੈ। ਅਸੀਂ ਸ਼ਬਦ ਖਾਧਾ। ਕਮਾਲ ਹੋ ਗਈ, ਤੁਸੀਂ ਸ਼ਬਦ ਖਾਧਾ, ਇਹਦਾ ਮਤਲਬ ਤੁਸੀਂ ਵਾਕਈ ਕਿਸੇ ਹੋਰ ਜਗ੍ਹਾ ਤੋਂ, ਤੁਸੀਂ ਇਹ ਧਰਤੀ ਤੋਂ ਨਹੀਂ ਹੋ ਸਕਦੇ। ਤੇ ਭਾਈ ਮਰਦਾਨਾ ਜੀ ਕਹਿੰਦੇ ਨਹੀਂ, ਹਾਂ ਅਸੀਂ ਇਸ ਧਰਤੀ ਦੇ ਹੀ, ਪਰ ਅਸੀਂ ਸ਼ਬਦ ਦਾ ਹੀ ਪ੍ਰਸ਼ਾਦਾ ਛਕਦੇ ਹਾਂ, ਜੇ ਕੋਈ ਸਾਨੂੰ ਛਕਾ ਦੇਵੇ ਤਾਂ ਅਸੀਂ ਛਕ ਲੈਂਦੇ ਹਾਂ। ਤੇ ਇੱਦਾਂ ਕਰਦੀ ਨੇ ਪੁੱਛ ਲਿਆ ਕਿ ਦੂਸਰੇ ਮਹਾਂਪੁਰਖ ਕਿੱਥੇ ਗਏ ਆ ਤੇ ਕੌਣ ਹਨ ਉਹ। ਭਾਈ ਮਰਦਾਨੇ ਨੇ ਗੱਲ ਖੋਲੀ ਕਿ ਉਹ ਜਗਤ ਜਲੰਦੇ ਦੀ ਤਾਰਨਹਾਰ ਗੁਰੂ ਨਾਨਕ ਸਾਹਿਬ ਹਨ। ਕਿੱਥੇ ਗਏ। ਕਹਿੰਦੇ ਵੀ ਨਦੀ ਤੇ ਇਸ਼ਨਾਨ ਕਰਨ ਗਏ। ਉਹ ਕੋਈ ਛਕਦੇ ਹਨ। ਭਾਈ ਮਰਦਾਨਾ ਜੀ ਕਹਿੰਦੇ ਹਾਂ ਛਕ ਲੈਂਦੇ। ਕੀ ਛਕਦੇ ਆ। ਭਾਈ ਮਰਦਾਨਾ ਜੀ ਕਹਿੰਦੇ ਭਾਵਨਾ ਦੇ ਨਾਲ ਜੋ ਵੀ ਕੋਈ ਕੁਛ ਬਣਾ ਕੇ ਲੈ ਆਵੇ ਛਕ ਲੈਂਦੇ। ਤੇ ਕਹਿੰਦੀ ਮੈਂ ਜੇ ਦੁੱਧ ਲੱਸੀ ਕੁਛ ਲੈ ਕੇ ਆਵਾਂ ਛਕ ਲਓਗੇ। ਭਾਈ ਮਰਦਾਨਾ ਜੀ ਕਹਿੰਦੇ ਹਾਂ ਛਕ ਲਵਾਂਗੇ ਜੇ ਤੂੰ ਲੈ ਕੇ ਆਵੇਂਗੀ। ਤੇ ਕਹਿੰਦੀ ਚਲੋ ਮੈਂ ਹੁਣੇ ਹੀ ਲੈ ਕੇ ਆਈ। ਇਹ ਫਿਰ ਚਲੀ ਜਾਂਦੀ ਵਾਪਸ ਆਪਣੇ ਘਰ।
ਜਾਂਦੀ ਆ ਉੱਥੋਂ ਵਧੀਆ ਦੁੱਧ ਲੈਂਦੀ ਹੈ, ਗਰਮ ਕਰਦੀ ਹੈ ਉਹਨੂੰ ਤੇ ਲਿਆਉਂਦੀ ਆ ਫਿਰ ਸਤਿਗੁਰਾਂ ਦੇ ਵਾਸਤੇ ਦੁੱਧ। ਤੇ ਜਦੋਂ ਲੈ ਕੇ ਆਉਂਦੀ ਹੁੰਦੀ ਤੇ ਫਿਰ ਗੁਰੂ ਨਾਨਕ ਸਾਹਿਬ ਕੀਰਤਨ ਕਰਦੇ ਹੁੰਦੇ ਆ, ਸ਼ਬਦ ਉਚਾਰਨ ਕਰਦੇ ਤੇ ਕੰਨਾਂ 'ਚ ਆਵਾਜ਼ ਪੈਂਦੀ ਹੈ, ਦੁੱਧ ਲੈ ਆਉਂਦੀ ਹੈ, ਨੇੜੇ ਖੜ ਜਾਂਦੀ ਆ ਕੇ। ਸਤਿਗੁਰ ਸ਼ਬਦ ਗਾ ਰਹੇ ਹੁੰਦੇ ਤੇ ਅੱਖਾਂ ਬੰਦ ਹੋ ਜਾਂਦੀਆਂ, ਉੱਥੇ ਟਿਕ ਜਾਂਦੀ ਹੈ। ਤੇ ਜਦੋਂ ਸ਼ਬਦ ਸਮਾਪਤ ਹੁੰਦਾ ਦੀਆਂ ਅੱਖਾਂ ਬੰਦ ਹੀ ਹੁੰਦੀਆਂ ਤੇ ਮਹਾਰਾਜ ਕਹਿੰਦੇ ਆ ਗੁਰੂ ਨਾਨਕ ਸਾਹਿਬ ਪੁੱਤਰੀ ਅੱਖਾਂ ਖੋਲ, ਸਾਨੂੰ ਕੁਛ ਛਕਾ। ਫਿਰ ਇੱਕਦਮ ਉੱਠਦੀ ਹੈ, ਕਹਿੰਦੀ ਕਿ ਮੈਂ ਕਿੱਥੇ ਖੋ ਗਈ ਸੀ। ਫਿਰ ਇਹ ਸਤਿਗੁਰਾਂ ਨੂੰ ਦੁੱਧ ਛਕਾਉਂਦੀ ਬੜੇ ਪਿਆਰ ਦੇ ਨਾਲ। ਤੇ ਸਤਿਗੁਰੂ ਤੇ ਭਾਈ ਮਰਦਾਨਾ ਜੀ ਦੁੱਧ ਛਕਦੇ ਆ। ਦੁੱਧ ਛਕਣ ਉਪਰੰਤ ਫਿਰ ਇਹ ਸਤਿਗੁਰੂ ਕਹਿੰਦੇ ਤੇਰਾ ਭਲਾ ਹੋਵੇ, ਤੂੰ ਸਾਨੂੰ ਜਿਹੜਾ ਦੁੱਧ ਛਕਾਇਆ। ਫਿਰ ਸਵਾਲ ਜਵਾਬ ਕਰਦੀ ਹੈ ਗੁਰੂ ਨਾਨਕ ਸਾਹਿਬ ਨਾਲ, ਕਿੱਥੋਂ ਆਏ ਹੋ, ਕੀ ਕਰਦੇ ਹੋ, ਕੀ ਕਾਰ ਵਿਹਾਰ ਹੈ, ਸਾਰਾ ਕੁਛ ਗੁਰੂ ਨਾਨਕ ਸਾਹਿਬ ਦੱਸਦੇ, ਭਾਈ ਅਸੀਂ ਜਗਤ ਨੂੰ ਤਾਰਨ ਵਾਸਤੇ ਜਗਤ ਨੂੰ ਉਪਦੇਸ਼ ਦਿੰਦੇ ਫਿਰਦੇ ਆ, ਨਾਮ ਜਪੋ ਕਿਰਤ ਕਰੋ ਦਾ। ਨਾਮ ਕਿਵੇਂ ਜਪੀਦਾ ਹੈ? ਸਤਿਗੁਰੂ ਫਿਰ ਇਹਨੂੰ ਦੱਸਦੇ ਆ ਕਿ ਨਾਮ ਕਿਵੇਂ ਜਪੀਦਾ ਹੈ। ਸਦਾ ਹੀ ਉਸ ਪਰਮੇਸ਼ਰ 'ਚ ਲਿਵ ਜੋੜ ਕੇ ਰੱਖੀਦੀ ਆ, ਉਹਨੂੰ ਯਾਦ ਕਰੀਦਾ, ਵਾਰ-ਵਾਰ ਸਿਮਰਨ ਕਰੀਦਾ। ਤੇ ਤੁਸੀਂ ਇਹ ਕੀ ਗਾਉਂਦੇ ਪਏ ਹੋ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਅਕਾਲ ਦੀ ਬਾਣੀ, ਪਰਮੇਸ਼ਰ ਦੀ ਬਾਣੀ ਗਾਉਂਦੇ ਹਾਂ। ਤੇ ਕਹਿੰਦੀ ਮੈਂ ਹੋਰ ਵੀ ਬੜਾ ਕੁਝ ਸੁਣਦੀ ਹਾਂ ਕੀਰਤਨ ਰੂਪ ਦੇ ਵਿੱਚ, ਮੇਰਾ ਉਹਨਾਂ ਮਨ ਨਹੀਂ ਕਦੀ ਟਿਕਿਆ, ਪਰ ਜੋ ਤੁਸੀਂ ਗਾਉਂਦੇ ਹੋ ਨਾ ਇਹਦੇ ਨਾਲ ਮਨ ਬੜਾ ਟਿਕਦਾ, ਕੀ ਗੱਲ ਹੈ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਧੁਰ ਦੀ ਬਾਣੀ ਆ, ਇਹ ਅਕਾਲੀ ਬਾਣੀ, ਇਹਦੇ ਨਾਲ ਮਨ ਜੁੜੇਗਾ ਹੀ ਜੁੜੇਗਾ। ਕਹਿੰਦੀ ਮੈਂ ਵੀ ਇਹ ਜਿਹੜਾ ਹੈ ਸਰਵਣ ਕਰਨਾ, ਤੁਹਾਡਾ ਕੀਰਤਨ ਮੈਨੂੰ ਬੜਾ ਪਸੰਦ ਹੈ। ਸਤਿਗੁਰ ਕਹਿੰਦੇ ਚੱਲ ਆ ਜਾਇਆ ਕਰ, ਹਾਜ਼ਰੀ ਭਰ ਜਾਇਆ ਕਰ, ਨਾਲੇ ਪ੍ਰਸ਼ਾਦਾ ਪਾਣੀ ਸਾਨੂੰ ਛਕਾ ਦਿਆ ਕਰ। ਇਹ ਫਿਰ ਇਹਨੇ ਰੂਟੀਨ ਬੰਨ੍ਹ ਲਈ। ਆਪਣੇ ਪਤੀ ਵਾਸਤੇ ਇਹਨੇ ਭੱਤਾ ਲੈ ਕੇ ਜਾਣਾ ਤੇ ਵੱਖਰਾ ਦੁੱਧ ਜਿਹੜਾ ਇਹਨੇ ਗੁਰੂ ਨਾਨਕ ਸਾਹਿਬ ਤੇ ਮਰਦਾਨੇ ਵਾਸਤੇ ਲੈ ਕੇ ਜਾਣਾ। ਰੋਜ਼ ਦਾ ਇਹਦਾ ਕਾਰੋਬਾਰ ਇਦਾਂ ਹੀ ਹੋ ਗਿਆ, ਰੋਜ਼ ਲੈ ਕੇ ਜਾਣ ਲੱਗ ਪਈ। ਤੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਕੋਲੋਂ ਇਹਦੇ ਮਨ ਨੂੰ ਜਿਹੜੀ ਸੀ ਉਹ ਧਰਵਾਸਾ ਆਇਆ, ਮਨ ਟਿਕ ਗਿਆ। ਤੇ ਇਹਦੇ ਘਰ ਕੋਈ ਔਲਾਦ ਨਹੀਂ ਸੀ, ਇਹਨਾਂ ਦੋਵਾਂ ਪਤੀ ਪਤਨੀ ਦੇ ਘਰ ਕੋਈ ਔਲਾਦ ਨਹੀਂ ਸੀ। ਮਨ ਇਹ ਹਮੇਸ਼ਾ ਹੀ ਇਹ ਤਾਂ ਕਰਿੰਦੀ ਸੀ ਕਿ ਘਰ ਦੇ ਵਿੱਚ ਕੋਈ ਬੱਚਾ ਹੋਵੇ। ਤੇ ਉਮਰ ਬੜੀ ਹੋ ਗਈ ਸੀ, ਵਿਆਹ ਕਾਫੀ ਸਮੇਂ ਤੋਂ ਹੋਇਆ ਸੀ, ਪਰ ਘਰ ਦੇ ਵਿੱਚ ਕੋਈ ਬੱਚਾ ਹੀ ਨਹੀਂ ਸੀ। ਤੇ ਪਰ ਹੁਣ ਜਦੋਂ ਦੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਇਹਦੀ ਭੇਟ ਹੋਈ ਆ ਦੋਦੋ ਰਾਣੀ ਦੀ, ਤੇ ਇਹਦਾ ਮਨ ਟਿਕ ਗਿਆ। ਇਹਨੂੰ ਭੁੱਲ ਹੀ ਗਿਆ ਕਿ ਮੇਰੇ ਘਰ ਕੋਈ ਪੁੱਤਰ ਹੈ ਜਾਂ ਨਹੀਂ। ਉਹ ਤ੍ਰਿਸ਼ਨਾ ਹੀ ਖਤਮ ਕਰਤੀ ਗੁਰੂ ਨਾਨਕ ਸਾਹਿਬ ਨੇ। ਇੰਨਾ ਮਨ ਟਿਕਿਆ, ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਲਿਖਿਆ, ਕਹਿੰਦੇ ਇੰਨਾ ਕਿ ਇਹਦਾ ਮਨ ਪਵਿੱਤਰ ਹੋ ਗਿਆ ਕਿ ਇਹ ਘਰ ਜਾ ਕੇ ਸਕੀਆਂ ਸਹੇਲੀਆਂ ਦੇ ਨਾਲ ਗੱਲਾਂ ਬਾਤਾਂ ਕਰਦੀ ਹੁੰਦੀ ਸੀ, ਆਂਢਣਾ ਗੁਆਂਢਣਾ ਦੇ ਨਾਲ। ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਬੰਦ ਕਰਤੀਆਂ, ਉਹਨਾਂ ਨੂੰ ਬੁਲਾਉਣਾ ਜਿਹੜਾ ਸੀ ਉਹ ਵੀ ਬੰਦ ਕਰ ਦਿੱਤਾ। ਬਸ ਕੰਮ ਦੇ ਨਾਲ ਹੀ ਉਹਨਾਂ ਦੇ ਕੋਲ ਜਾਣਾ, ਜਿੰਨੀ ਕੁ ਗੱਲ ਜ਼ਰੂਰੀ ਹੁੰਦੀ ਉਨੀ ਕਰ ਲੈਣੀ। ਫਿਰ ਉਸ ਤੋਂ ਬਾਅਦ ਆ ਕੇ ਪ੍ਰਸ਼ਾਦਾ ਪਾਣੀ ਕਰਦੇ ਆ, ਵਾਹਿਗੁਰੂ 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 ਇੱਦਾਂ ਕਰਦੇ ਰਹਿਣਾ। ਇਸੇ ਤਰ੍ਹਾਂ ਮਨ ਬੜਾ ਟਿਕਿਆ। ਤੇ ਹੁਣ ਆਂਢ ਗੁਆਂਢ ਦੀਆਂ ਜਿਹੜੀਆਂ ਸਖੀਆਂ ਸਹੇਲੀਆਂ ਸਨ, ਉਹਨਾਂ ਸੋਚਿਆ ਵੀ ਇਹ ਦੋਦੋ ਰਾਣੀ ਰੋਜ਼ ਸਾਡੇ ਨਾਲ ਗੱਲਾਂ ਕਰਦੀ ਸੀ, ਇਹਨੂੰ ਪਤਾ ਨਹੀਂ ਕੀ ਹੋ ਗਿਆ। ਕਿਉਂਕਿ ਹੁਣ ਆਂਢ ਗੁਆਂਢ ਦੇ ਵਿੱਚ ਜਦੋਂ ਜਨਾਨੀਆਂ ਮਿਲ ਕੇ ਬਹਿੰਦੀਆਂ ਗੱਲਾਂ ਬਾਤਾਂ ਕਰਦੀਆਂ ਤੇ ਪਤਾ ਲੱਗ ਹੀ ਜਾਂਦਾ। ਉਹ ਕਹਿੰਦੀ ਹੈ ਪਤਾ ਨਹੀਂ ਕੀ ਗੱਲ ਹੋ ਗਈ ਹੈ। ਫਿਰ ਇਹਨਾਂ ਨੂੰ ਪਤਾ ਲੱਗਾ ਆਂਢਣਾ ਗੁਆਂਢਣ ਨੂੰ ਵੀ ਇਹ ਕਿਸੇ ਕੋਈ ਫਕੀਰ ਆਇਆ ਹੈ ਤੇ ਫਲਾਨੀ ਉਜਾੜਾ ਦੇ ਵਿੱਚ ਬੈਠਾ, ਤੇ ਉਹਦੇ ਕੋਲ ਜਾਂਦੀ ਹੈ। ਤੇ ਸਾਰੇ ਉਸੇ ਨੇੜੇ ਤੇੜੇ ਜਿਹੜੀ ਉਹ ਗੱਲ ਫੈਲ ਗਈ। ਔਰਤਾਂ ਦੇ ਕੋਲੋਂ ਮਰਦਾਂ ਦੇ ਕੋਲ ਗੱਲ ਪਹੁੰਚੀ ਹੈ, ਤੇ ਮਰਦਾਂ ਤੋਂ ਗੱਲ ਜਿਹੜੀ ਇਸ ਦੋਦੋ ਰਾਣੀ ਤੇ ਪਤੀ ਦੇ ਕੋਲ ਪਹੁੰਚ ਗਈ ਹੈ। ਇਹਦਾ ਨਾਂ ਸੀ ਭਾਈ ਦੋਦਾ, ਇਹਦੇ ਕੋਲ ਪਹੁੰਚੀ ਹੈ। ਦੋਦੋ ਰਾਣੀ ਅਸਲ 'ਚ ਨਾਮ ਇਹਦੇ ਪਤੀ ਦਾ ਨਾਮ ਦੋਦਾ ਸੀ, ਤੇ ਉਹਦੇ ਤੋਂ ਇਹਦਾ ਨਾਮ ਜਿਹੜਾ ਇਤਿਹਾਸ ਦੇ ਵਿੱਚ ਦੋਦੋ ਰਾਣੀ ਲਿਖਿਆ। ਇਹਦਾ ਨਾਮ ਸੀ ਦੋਦਾ। ਇਹਦੇ ਪਤੀ ਨੂੰ ਜਿਹੜਾ ਉਹ ਸ਼ੱਕ ਪੈ ਗਿਆ। ਇਹਨੇ ਵੀ ਹਿਸਾਬ ਲਾਇਆ ਕਿ ਇਹ ਅੱਗੇ ਵਰਗੀ ਉਹ ਗੱਲ ਰਹੀ ਨਹੀਂ, ਬੜੀ ਚੰਚਲ ਮੱਤ ਹੁੰਦੀ ਸੀ, ਮੇਰੇ ਕੋਲ ਬੈਠੀ ਰਹਿੰਦੀ ਸੀ, ਗੱਲਾਂ ਕਰਦੀ ਰਹਿੰਦੀ ਸੀ। ਹੁਣ ਤੇ ਮੇਰੇ ਨਾਲ ਗੱਲ ਕੋਈ ਨਹੀਂ ਕਰਦੀ, ਹਮੇਸ਼ਾ ਮੂੰਹ ਦੇ ਵਿੱਚ ਗੁਣਗੁਣਾਉਂਦੀ ਰਹਿੰਦੀ ਕੁਛ ਨਾ ਕੁਛ। ਇਸੇ ਤਰ੍ਹਾਂ ਸਾਧ ਸੰਗਤ ਇਹ ਬੜਾ ਹੈਰਾਨ ਹੋਇਆ ਕਿ ਮੇਰੀ ਪਤਨੀ ਨੂੰ ਹੋ ਕੀ ਗਿਆ। ਫਿਰ ਕਹਿੰਦਾ ਕਿ ਲੋਕ ਸੱਚ ਹੀ ਕਹਿੰਦੇ ਆ, ਜ਼ਰੂਰ ਉਸ ਪੀਰ ਨੇ ਕੁਛ ਨਾ ਕੁਛ ਕੀਤਾ ਹੋਏਗਾ, ਜਿਹੜਾ ਉਜਾੜਾਂ ਦੇ ਵਿੱਚ ਬੈਠਾ ਫਕੀਰ ਆ ਕੇ ਉਹਨੇ ਕੁਛ ਨਾ ਕੁਛ ਕੀਤਾ ਹੋਣਾ। ਅਗਲਾ ਦਿਨ ਹੋਇਆ, ਇਹਦਾ ਪਤੀ ਘਰ ਹੀ ਸੀ, ਤੇ ਸਮਾਂ ਜਿਹੜਾ ਸੀ ਉਹ ਆ ਗਿਆ ਜਦੋਂ ਸਤਿਗੁਰਾਂ ਨੂੰ ਦੁੱਧ ਪਿਆਉਣ ਦਾ ਸਮਾਂ ਸੀ। ਇਹਨੇ ਕੀ ਕੀਤਾ ਕਿ ਦੁੱਧ ਲਿਆ ਆ ਤੇ ਆਪਣੇ ਸਿਰ ਤੇ ਰੱਖਿਆ ਤੇ ਚੱਲ ਪਈ ਗੁਰੂ ਨਾਨਕ ਸਾਹਿਬ ਵੱਲ ਨੂੰ। ਇਹ ਜਿਹੜਾ ਭਾਈ ਦੋਦਾ ਸੀ ਵੀ ਪਿੱਛੇ ਪਿੱਛੇ ਚੱਲ ਪਿਆ, ਪਿੱਛੇ ਪਿੱਛੇ ਤੁਰਿਆ ਜਾਂਦਾ, ਤੇ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਆ ਉੱਥੇ ਇਹ ਦੋਦੋ ਰਾਣੀ ਪਹੁੰਚਦੀ ਆ। ਤੇ ਜਾ ਕੇ ਸਤਿਗੁਰਾਂ ਦੇ ਹਜ਼ੂਰ ਜਿਹੜਾ ਸੀ ਉਹ ਦੁੱਧ ਰੱਖਦੀ ਆ, ਮਹਾਰਾਜ ਦੁੱਧ ਛਕਦੇ ਆ। ਤੇ ਗੁਰੂ ਨਾਨਕ ਸਾਹਿਬ ਇਹ ਜਿਹੜਾ ਦੋਦਾ ਸੀ ਇਹ ਪਿੱਛੇ ਰੁਕਦੇ ਉਹਲੇ ਰੁਕ ਜਾਂਦਾ, ਤੇ ਇਹ ਦੁੱਧ ਰੱਖਦੀ ਹੈ। ਤੇ ਗੁਰੂ ਨਾਨਕ ਸਾਹਿਬ ਫਿਰ ਕੀਰਤਨ ਗਾਉਂਦੇ ਆ,
ਕੀਰਤਨ ਕਰਦੇ, ਸ਼ਬਦ ਉਚਾਰਨ ਕਰਦੇ, ਇਹ ਉੱਥੇ ਦਾ ਉੱਥੇ ਸੁੰਨ ਹੋ ਜਾਂਦਾ, ਅੱਖਾਂ 'ਚ ਨੀਰ ਵਗਣ ਲੱਗ ਪੈਂਦਾ। ਭਾਈ ਦੋਦਾ ਉੱਥੇ ਦਾ ਉੱਥੇ ਖੜਾ ਰਹਿ ਜਾਂਦਾ। ਫਿਰ ਗੁਰੂ ਨਾਨਕ ਸਾਹਿਬ ਭੋਗ ਪਾਉਂਦੇ ਆ, ਸ਼ਬਦ ਖਤਮ ਕਰਦੇ ਆ, ਇਹਨੂੰ ਆਵਾਜ਼ ਦਿੰਦੇ, ਭਾਈ ਆ ਜਾ ਸਾਹਮਣੇ, ਕਿਉਂ ਲੁਕਿਆ ਫਿਰਦਾ। ਫਿਰ ਇਹ ਆਉਂਦਾ ਸਾਹਮਣੇ, ਸਾਹਮਣੇ ਆ ਕੇ ਨਮਸਕਾਰ ਕਰਦਾ ਹੈ, ਮੱਥਾ ਟੇਕਦਾ ਹੈ। ਤੇ ਗੁਰੂ ਨਾਨਕ ਸਾਹਿਬ ਇਹਨੂੰ ਕਹਿੰਦੇ, ਭਾਈ ਤੇਰੀ ਪਤਨੀ ਨੇ ਬੜੀ ਸਾਡੀ ਸੇਵਾ ਕੀਤੀ, ਬੜਾ ਪਿਆਰ ਆ ਤੇਰੀ ਪਤਨੀ ਦਾ, ਇਹਨੇ ਇੰਨੀ ਭਾਵਨਾ ਦੇ ਨਾਲ ਸੇਵਾ ਕੀਤੀ ਹੈ ਕਿ ਮੰਗੋ, ਤੁਸੀਂ ਜੋ ਵੀ ਮੰਗੋਗੇ ਤੁਹਾਨੂੰ ਮਿਲੇਗਾ। ਤੇ ਇਹਦੀ ਪਤਨੀ ਪਤਾ ਕੀ ਕਹਿੰਦੀ ਹੈ, ਦੋਦੋ ਰਾਣੀ ਕਹਿੰਦੀ, ਮਹਾਰਾਜ ਮੈਨੂੰ ਤੇ ਨਾਮ ਦੀ ਦਾਤ ਦੇ ਦਿਓ, ਮੈਂ ਤੇ ਨਾਮ ਹੀ ਮੰਗਦੀ ਤੁਹਾਡੇ ਕੋਲੋਂ। ਤੇ ਦੋਦਾ ਜਿਹੜਾ ਸੀ, ਹੁਣ ਮਨ ਜਿਹੜਾ ਸੀ ਉਹ ਪਹਿਲੇ ਦਿਨ ਸੰਗਤ ਕਰਨਾ ਨਹੀਂ ਬਦਲਦਾ। ਤੇ ਦੋਦੇ ਨੇ ਮੰਗਿਆ ਕੀ, ਕਹਿੰਦਾ ਮਹਾਰਾਜ ਦੁੱਧ ਪੁੱਤ ਦੀ ਦਾਤ ਦਿਓ, ਘਰ ਦੇ ਵਿੱਚ ਦੁੱਧ ਵੀ ਵਧੇਰੇ ਹੋਵੇ ਤੇ ਪੁੱਤ ਵੀ ਹੋਵੇ। ਮਹਾਰਾਜ ਨਾ ਘਰ ਦੇ ਵਿੱਚ ਔਲਾਦ ਹੈ ਤੇ ਲਵੇਰਾ ਵੀ ਇੰਨਾ ਨਹੀਂ ਹੈਗਾ ਮਹਾਰਾਜ ਕਿ ਦੁੱਧ ਜਿਹੜਾ ਉਹ ਚੰਗਾ ਹੋਵੇ। ਤੇ ਮਹਾਰਾਜ ਜ਼ਿਮੀਦਾਰ ਆ, ਪੈਲੀ ਬੰਨਾ ਵੀ ਬੜਾ ਘੱਟ ਹੈ ਤੇ ਉਹ ਗੱਲ ਨਹੀਂ ਬਣਦੀ, ਕਿਰਪਾ ਕਰੋ ਦੁੱਧ ਪੁੱਤ ਦੀ ਦਾਤ ਦਿਓ। ਗੁਰੂ ਨਾਨਕ ਸਾਹਿਬ ਹੱਸ ਪਏ। ਮਹਾਰਾਜ ਕਹਿੰਦੇ, ਜਾ ਦੋਦਿਆ, ਤੈਨੂੰ ਦੁੱਧ ਪੁੱਤ ਦੀ ਦਾਤ ਵੀ ਦਿੱਤੀ, ਪਰ ਤੇਰੀ ਪਤਨੀ ਨੇ ਨਾਮਦਾਨ ਬਖਸ਼ਿਸ਼ ਮੰਗੀ ਹੈ, ਨਾਮਦਾਨ ਦੀ, ਤੇਰੀ ਪਤਨੀ ਦਾ ਕਰਕੇ ਤੈਨੂੰ ਨਾਮ ਵੀ ਦਿੱਤਾ। ਬੜਾ ਖੁਸ਼ ਹੋਇਆ, ਨਮਸਕਾਰ ਕੀਤੀ ਹੈ ਦੋਵਾਂ ਨੇ, ਘਰ ਨੂੰ ਚੱਲ ਪਿਆ। ਫਿਰ ਇਹਨਾਂ ਦੋਵਾਂ ਪਤੀ ਪਤਨੀ ਦਾ ਨੇਮ ਬਣ ਗਿਆ ਗੁਰੂ ਨਾਨਕ ਸਾਹਿਬ ਦੀ ਸੰਗਤ 'ਚ ਆਉਣ ਦਾ। ਰੋਜ਼ ਆਉਂਦੇ ਆ, ਸੰਗਤ ਕਰਦੇ ਆ। ਫਿਰ ਹੌਲੀ ਹੌਲੀ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਕਿ ਹਾਂ, ਜਿਹੜਾ ਫਕੀਰ ਆਇਆ ਉਹ ਕੋਈ ਪਹੁੰਚਿਆ ਹੋਇਆ ਫਕੀਰ ਆ। ਹੁਣ ਪਿੰਡ ਦੇ ਜਿੰਨੇ ਵੀ ਹਿੰਦੂ ਆ, ਮੁਸਲਮਾਨ, ਉਹ ਸਾਰੇ ਗੁਰੂ ਨਾਨਕ ਸਾਹਿਬ ਦੇ ਕੋਲ ਝੁਕਣ ਲੱਗ ਪਏ। ਤੇ ਝੁਕਣ ਦਾ ਕਾਰਨ ਕੀ ਸੀ ਕਿ ਦੋਦੇ ਦੇ ਘਰ ਪੁੱਤਰ ਵੀ ਹੋ ਗਿਆ। ਤੇ ਫਿਰ ਇਹਦਾ ਇੱਕ ਚਾਚਾ ਸੀ ਦੋਦੇ ਦਾ, ਉਹ ਜਿਹੜਾ ਚਾਚਾ ਸੀ ਉਹ ਸਾਰਾ ਕੁਝ ਜੋ ਵੀ ਜ਼ਮੀਨ ਬੰਨਾ ਸੀ ਸਾਰਾ ਕੁਝ ਦੇ ਕੇ ਦੋਦੇ ਦੇ ਨਾਂ ਲਾ ਕੇ, ਤੇ ਸਾਰਾ ਕੁਝ ਜਿੰਨੀਆਂ ਮੱਝਾਂ ਗਾਵਾਂ ਸਨ ਇਹਨੂੰ ਦੇ ਕੇ ਤੇ ਆਪ ਤੀਰਥ ਚਲਾ ਗਿਆ। ਇਹਦੇ ਘਰ ਦੁੱਧ ਵੀ ਚੰਗਾ ਹੋ ਗਿਆ ਤੇ ਪੁੱਤ ਦੀ ਵੀ ਦਾਤ ਮਿਲ ਗਈ ਤੇ ਘਰ ਵੀ ਭਰ ਗਿਆ। ਫਿਰ ਸਾਰੇ ਜਿੰਨੇ ਵੀ ਲੋਕ ਸਨ ਪਿੰਡ ਦੇ, ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਕੋਈ ਪਹੁੰਚਿਆ ਹੋਇਆ ਫਕੀਰ ਹੈ ਜਿਹਨੇ ਇਸ ਦੋਦੇ ਨੂੰ ਵਰ ਦਿੱਤਾ ਤੇ ਇਹਦੇ ਘਰ ਦੁੱਧ ਪੁੱਤ ਦੀਆਂ ਲਹਿਰਾਂ ਬਹਿਰਾਂ ਹੋ ਗਈਆਂ। ਸਾਰਾ ਪਿੰਡ ਆਉਣਾ ਸ਼ੁਰੂ ਹੋ ਗਿਆ, 2 ਆਉਣ, 3 ਆਉਣ, 4 ਆਉਣ, ਹੌਲੀ ਹੌਲੀ ਜਿਹੜੇ ਸੀ ਉਹ ਸੰਗਤ ਹੋਣ ਲੱਗ ਪਈ, 50 ਜਾਣੇ ਜੁੜਨ ਲੱਗ ਪਏ। ਜਦੋਂ ਇੱਦਾਂ ਜੁੜਨ ਲੱਗ ਪਏ ਤੇ ਫਿਰ ਹੋਇਆ ਕਿ ਭਾਈ ਦੋਦੇ ਨੇ ਕਿਹਾ, ਮਹਾਰਾਜ ਗੁਰੂ ਨਾਨਕ ਸਾਹਿਬ, ਤੁਸੀਂ ਕਹੋ ਤੇ ਮੈਂ ਤੇ ਛੰਨ ਪਾ ਦਿਆਂ ਇੱਕ। ਗੁਰੂ ਨਾਨਕ ਸਾਹਿਬ ਕਹਿੰਦੇ, ਪਰਮੇਸ਼ਰ ਨੇ ਏਡੀ ਵੱਡੀ ਛੰਨ ਪਾਈ ਹੈ, ਕੀ ਲੋੜ ਹੈ ਦੋਦਿਆ ਐਵੇਂ ਤੂੰ ਜਿਹੜਾ ਹੈ ਐਵੇਂ ਜਾਣ ਕੇ ਮਿਹਨਤ ਕਰੇਗਾ। ਮਹਾਰਾਜ ਤੁਹਾਨੂੰ ਤੇ ਨਾ ਮਹਾਰਾਜ ਠੰਡ ਲੱਗਦੀ ਹੈ ਨਾ ਗਰਮੀ ਲੱਗਦੀ ਹੈ, ਤੁਹਾਨੂੰ ਬਾਰਿਸ਼ ਨਾਲ ਕੀ ਆ। ਮਹਾਰਾਜ ਜਿਹੜੀ ਸੰਗਤ ਤੁਹਾਡੇ ਕੋਲ ਆਉਂਦੀ ਆ ਉਹਨਾਂ ਵਾਸਤੇ ਤੇ ਸੋਚੋ ਕੁਛ, ਕਿਰਪਾ ਕਰੋ ਮੈਨੂੰ ਸੇਵਾ ਬਖਸ਼ੋ, ਮੈਂ ਛੰਨ ਪਾਉਣੀ ਹੈ ਇੱਥੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਤੇਰੀ ਇੱਛਾ, ਤੂੰ ਪਾ ਦੇ। ਇਹਨੇ ਫਿਰ ਲੱਕੜਾਂ ਘੜੀਆਂ, ਛੱਪਰ ਪਾ ਦਿੱਤਾ, ਉੱਤੇ ਛੰਨ ਪਾ ਦਿੱਤੀ ਆ। ਹੁਣ ਸਾਧ ਸੰਗਤ ਤੇ ਜਿਹੜੀ ਜ਼ਮੀਨ ਸੀ ਇੱਥੋਂ ਦੀ ਕਰਤਾਰਪੁਰ ਦੀ, ਇਹ ਜ਼ਮੀਨ ਦਾ ਮਾਲਕ ਸੀ ਕਰੋੜੀ ਮੱਲ ਨਾਂ ਦਾ ਇੱਕ ਇਨਸਾਨ, ਚੌਧਰੀ ਸੀ ਇਹ ਉਸ ਜਗ੍ਹਾ ਦਾ। ਇਹਨੂੰ ਪਤਾ ਲੱਗਾ ਹੈ, ਹੁਣ ਕਈ ਹੁੰਦੇ ਜਿਨ੍ਹਾਂ ਨੂੰ ਗੁਰਬਾਣੀ ਬੰਦਗੀ ਚੰਗੀ ਨਹੀਂ ਲੱਗਦੀ, ਉਹਨਾਂ ਨੇ ਜਾ ਕੇ ਇਹਨੂੰ ਦੱਸਿਆ ਕਿ ਭਾਈ ਤੇਰੀ ਜਿਹੜੀ ਜ਼ਮੀਨ ਆ ਨਾ, ਉਹਦੇ ਉੱਤੇ ਕੋਈ ਫਕੀਰ ਕਬਜ਼ਾ ਕਰੀ ਜਾਂਦਾ ਤੇ ਆਪਣਾ ਨਾਮ ਨਾਨਕ ਤਪਾ ਦੱਸਦਾ। ਇਹ ਬੜਾ ਹੰਕਾਰ ਚ ਆਇਆ। ਕਹਿੰਦੇ ਹੋਰ ਕੀ ਕਰਦਾ ਹੈ, ਕਹਿੰਦੇ ਵੀ ਜਿਹੜਾ ਇਹਦੇ ਕੋਲ ਜਾਂਦਾ ਹੈ, ਜੇ ਹਿੰਦੂ ਜਾਂਦਾ ਉਹ ਠਾਕੁਰਾਂ ਦੀ ਪੂਜਾ ਛੱਡ ਦਿੰਦਾ, ਤੇ ਜੇ ਮੁਸਲਮਾਨ ਜਾਂਦਾ ਉਹ ਨਵਾਜ਼ਾਂ ਛੱਡ ਦਿੰਦਾ, ਉਹ ਵੀ ਬੰਦਗੀ ਕਰ ਲੱਗ ਪੈਂਦਾ ਪਰਮੇਸ਼ਰ ਦੀ। ਐਸਾ ਕਹਿੰਦਾ, ਕੋਈ ਗੱਲ ਨਹੀਂ, ਮੈਂ ਜਾਣਾ, ਇਹ ਵੱਡਾ ਆਇਆ ਬੈਠਾ। ਕਹਿੰਦੇ ਘੋੜੇ ਤੇ ਚੜਿਆ ਆਇਆ ਤੇ ਕਰਤਾਰਪੁਰ ਦੀ ਜੂਝ ਜਦੋਂ ਵੜਿਆ, ਅੰਦਰ ਆਇਆ, ਬੜਾ ਹੰਕਾਰੀ ਹੈ। ਹੰਕਾਰ ਦੇ ਵਿੱਚ ਅੱਗੇ ਦੋਦੋ ਰਾਣੀ ਮਿਲਦੀ, ਉਹਨੂੰ ਕਹਿੰਦਾ, ਕਿੱਥੇ ਆ ਤੇਰਾ ਫਕੀਰ ਢੋਂਗੀ, ਇੱਦਾਂ ਕਰਕੇ ਜਦੋਂ ਸ਼ਬਦ ਬੋਲਦਾ। ਤੇ ਦੋਦੋ ਰਾਣੀ ਕਹਿੰਦੀ, ਅੰਨਿਆ ਤੈਨੂੰ ਨਹੀਂ ਪਤਾ ਉਹ ਕੌਣ ਆ, ਜਗਤ ਦਾ ਮਾਲਕ ਹੈ ਧੰਨ ਗੁਰੂ ਨਾਨਕ। ਤੇ ਜਦੋਂ ਇੰਨਾ ਗੱਲ ਕਹੀ ਤੇ ਇਹ ਜਦੋਂ 2 ਪੌੜ ਅੱਗੇ ਲੰਘਦਾ ਹੈ, ਕਰਤਾਰਪੁਰ ਦੀ ਜੂਝ ਖਲੋਤਾ ਜੇ, ਕਰਤਾਰਪੁਰ ਦੇ ਅੰਦਰ ਐਂਟਰੀ ਹੋਇਆ। ਜਦੋਂ ਥੋੜਾ ਜਿਹਾ ਗਾਂਹ ਜਾਂਦਾ ਤੇ ਅੱਖਾਂ ਨਹੀਂ ਹੋ ਜਾਂਦੀਆਂ, ਤੇ ਜਦੋਂ ਪੈਰ ਵਿਛਾਣ ਉੱਪੜਦਾ ਤੇ ਅੱਖਾਂ ਆ ਜਾਂਦੀਆਂ, ਰੌਸ਼ਨੀ ਆ ਜਾਂਦੀ ਹੈ। ਤੇ ਦੋਦੋ ਰਾਣੀ ਨੇ ਹੁਣ ਸ਼ਬਦ ਵਰਤ ਲਿਆ ਸੀ, ਹੁਣ ਪਰਮੇਸ਼ਰ ਦੇ ਨਾਲ ਪੂਰੀ ਲਿਵ ਜੁੜੀ ਸੀ। ਤੇ ਉਹਨੇ ਕਿਹਾ, ਅੰਨਿਆ ਤੈਨੂੰ ਨਹੀਂ ਪਤਾ ਜਗਤ ਨੂੰ ਤਾਰਨਹਾਰ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਤੇ ਇਸੇ ਤਰ੍ਹਾਂ ਜਦੋਂ ਸਾਧ ਸੰਗਤ ਤੋਂ 2 ਪੈਰ ਅੱਗੇ ਮੁੜਦਾ ਤੇ ਅੰਨਾ ਹੋ ਜਾਂਦਾ, ਪਿੱਛੇ ਮੁੜਦਾ ਤੇ ਸੁਜਾਖਾ ਹੋ ਜਾਂਦਾ। ਬੜਾ ਹੈਰਾਨ ਹੋਇਆ। ਫਿਰ ਸਾਧ ਸੰਗਤ ਘੋੜੇ ਤੇ ਚੜਿਆ, ਕਹਿੰਦਾ ਕੋਈ ਨਹੀਂ, ਗਾਂਹ ਲੱਗਦਾ ਤੇ ਡਿੱਗ ਪੈਂਦਾ ਘੋੜੇ ਤੋਂ ਤੇ ਸੱਟਾਂ ਲੱਗ ਜਾਂਦੀਆਂ। ਤੇ ਫਿਰ ਜਿਹੜੇ ਨਾਲ ਆਏ ਤੇ ਚੁੱਕ ਚੁਕਾ ਕੇ ਤੇ ਇਹਨੂੰ ਬਿਠਾਉਂਦੇ ਆ। ਤੇ ਫਿਰ ਇਹ ਆਪਣੇ ਨਾਲ ਦੇ ਹਾਣੀਆਂ ਨੂੰ ਕਹਿੰਦਾ ਕਿ ਮੈਨੂੰ ਵਾਪਸ ਨਾ ਹੁਣ ਲੈ ਕੇ ਚਲੋ, ਇੱਦਾਂ ਹੀ ਮੈਨੂੰ ਕਿ ਮੰਜੇ ਮੁੰਜੇ ਤੇ ਪਾ ਦਿਓ ਤੇ ਮੈਨੂੰ ਲੈ ਜਾਓ ਗੁਰੂ ਨਾਨਕ ਸਾਹਿਬ ਦੇ ਕੋਲ। ਫਿਰ ਇਹਦੇ ਨਾਲ ਜਿਹੜੇ ਆਏ ਹੁੰਦੇ ਸੰਗੀ ਸਾਥੀ ਇਹਨੂੰ ਮੰਜੇ ਜਿਹੇ ਤੇ ਪਾਉਂਦੇ ਇੱਕ ਤੇ,
ਇਹਨੂੰ ਚੁੱਕ ਕੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਲੈ ਜਾਂਦੇ ਆ। ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ 20 ਕਰੋੜੀ ਮੱਲ ਆ ਗਿਆ, ਜ਼ਮੀਨ ਤੇ ਤੇਰੀ ਆ ਕੋਈ ਗੱਲ ਨਹੀਂ, ਪਰ ਜੇ ਫਕੀਰਾਂ ਨੇ 10 ਮਿੰਟ ਮੰਨ ਹੀ ਲਈ ਕੁਝ ਇੱਕ ਸਮੇਂ ਵਾਸਤੇ ਤੇ ਫਿਰ ਕੀ ਹੋ ਗਿਆ, ਜ਼ਮੀਨ ਕਿਹੜੀ ਤੂੰ ਨਾਲ ਲੈ ਜਾਣੀ ਹੈ। ਕਹਿੰਦਾ ਮਹਾਰਾਜ ਮੇਰੇ ਕੋਲ ਬੜੀ ਵੱਡੀ ਭੁੱਲ ਹੋ ਗਈ, ਮੈਂ ਤੁਹਾਨੂੰ ਜਾਣਿਆ ਹੀ ਨਹੀਂ, ਮਹਾਰਾਜ ਕਿਰਪਾ ਕਰੋ ਮੇਰੇ ਤੇ ਬਖਸ਼ਿਸ਼ ਕਰੋ, ਮੈਨੂੰ ਮੇਰੇ ਤੇ ਮਿਹਰ ਕਰੋ। ਫਿਰ ਸਤਿਗੁਰਾਂ ਨੇ ਕਿਹਾ ਕੋਈ ਗੱਲ ਨਹੀਂ, ਤੇਰੇ ਵੰਸ਼ ਦੇ ਵਿੱਚ ਗਾਂਹ ਜਾ ਕੇ ਬੜੀ ਕਿਰਪਾ ਹੋਵੇਗੀ। ਫਿਰ ਸਾਧ ਸੰਗਤ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੋਇਆ, ਇਹ ਉਹਨਾਂ ਦੀ ਵੰਸ਼ ਦੇ ਵਿੱਚੋਂ ਗਾਂਹ ਦੀ ਗਾਂਹ ਜਿਹੜੇ ਹੋਏ ਆ ਕਰੋੜੀ ਮੱਲ ਦੀ। ਸੋ ਰੋ ਵਿਚਾਰ ਸਤਿਗੁਰਾਂ ਨੇ ਕਿਹਾ ਕੋਈ ਗੱਲ ਨਹੀਂ, ਬਖਸ਼ਿਸ਼ਾਂ ਤੇਰੇ ਤੇ ਬੜੀਆਂ ਹੋਣਗੀਆਂ। ਫਿਰ ਉਸ ਤੋਂ ਬਾਅਦ ਇਹ ਕਰੋੜੀ ਮੱਲ ਵੀ ਸਤਿਗੁਰਾਂ ਦਾ ਸਿੱਖ ਬਣਿਆ। ਫਿਰ ਇਹਨੇ ਉੱਥੇ ਪੱਕੀ ਧਰਮਸ਼ਾਲਾ ਜਿਹੜੀ ਬਣਾਈ ਕਰਤਾਰਪੁਰ ਦੀ ਨਗਰੀ ਦੇ ਵਿੱਚ, ਉੱਥੇ ਪੱਕੀ ਧਰਮਸ਼ਾਲਾ ਬਣਾ ਕੇ ਫਿਰ ਉਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਕੁਝ ਸਮਾਂ ਠਹਿਰੇ ਆ। ਫਿਰ ਸਤਿਗੁਰਾਂ ਨੇ ਚੌਥੀ ਉਦਾਸੀ ਜਿਹੜੀ ਹੈ, ਕੁਝ ਇਤਿਹਾਸਕਾਰੀ ਗੱਲ ਮੰਨਦੇ ਆ ਕਿ ਤੀਸਰੀ ਉਦਾਸੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਵਸਾਇਆ। ਫਿਰ ਚੌਥੀ ਉਦਾਸੀ ਕਰਨ ਤੋਂ ਬਾਅਦ ਪੱਕੇ ਤੌਰ ਤੇ ਗੁਰੂ ਨਾਨਕ ਸਾਹਿਬ ਇੱਥੇ ਟਿਕੇ। ਤੇ ਫਿਰ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਇੱਥੇ ਕੀ ਵਰਤਾਇਆ, ਜੋ ਅੱਜ ਭਾਈ ਗੁਰਦਾਸ ਜੀ ਨੇ ਆਪਣੀ ਇਸ ਵਾਰ ਦੇ ਅੰਦਰ ਦੱਸਿਆ, ਜੋ ਆਪਾਂ ਵਿਚਾਰਨਾ ਹੈ। ਫਿਰ ਇਸ ਕਰੋੜੀ ਮੱਲ ਨੇ ਇੱਥੇ ਇੱਕ ਪੱਕੀ ਜਗ੍ਹਾ ਬਣਾਈ ਆ, ਫਿਰ ਉੱਥੇ ਕੀ ਹਾਲਾਤ ਬਣੇ, ਕਿਵੇਂ ਉੱਥੇ ਨਾਮ ਦਾ ਪ੍ਰਵਾਹ ਚੱਲਿਆ, ਉਹ ਭਾਈ ਗੁਰਦਾਸ ਜੀ ਨੇ ਅੱਜ ਦੀ ਆਪਣੀ ਇਸ ਵਾਰ ਦੇ ਵਿੱਚ ਦੱਸਿਆ ਹੈ। ਤੇ ਸਾਧ ਸੰਗਤ ਕਰਤਾਰਪੁਰ ਦੀ ਇਹ ਉਹ ਧਰਤੀ ਹੈ ਜਿਸ ਜਗ੍ਹਾ ਦੇ ਉੱਤੋਂ ਸਾਨੂੰ ਇੱਕ ਮਰਿਆਦਾ ਦਿੱਤੀ ਹੈ ਸਤਿਗੁਰਾਂ ਨੇ। ਨਿਰਮਲ ਪੰਥ ਦੀ ਜਿਹੜੀ ਅਸਲੀ ਹੋਂਦ ਆ ਨਾ, ਅਸਲੀ ਚਿਹਰਾ ਨਿਰਮਲ ਪੰਥ ਦਾ, ਸਿੱਖ ਪੰਥ ਦਾ ਅਸਲੀ ਚਿਹਰਾ ਇੱਥੋਂ ਸਾਹਮਣੇ ਆਉਂਦਾ ਸਾਨੂੰ ਕਰਤਾਰਪੁਰ ਦੇ ਇਸ ਜਗ੍ਹਾ ਤੋਂ, ਜੋ ਭਾਈ ਗੁਰਦਾਸ ਜੀ ਨੇ ਅੱਜ ਲਿਖਿਆ। ਕਿਉਂਕਿ ਗੁਰੂ ਨਾਨਕ ਸਾਹਿਬ ਉਦਾਸੀਆਂ ਕਰਦੇ ਆ ਤੇ ਇੰਝ ਲੱਗਦਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੱਤ ਹੈ, ਕਿਉਂਕਿ ਜਦੋਂ ਸ਼ਬਦ ਦੀ ਵਿਚਾਰ ਸੁਣਦੇ ਆ, ਗੁਰੂ ਨਾਨਕ ਸਾਹਿਬ ਦੀ ਵਿਚਾਰ ਸੁਣਦੇ ਆ, ਵਿਚਾਰਧਾਰਾ ਸੁਣਦੇ ਆ, ਉਦੋਂ ਤੇ ਸਾਨੂੰ ਪਤਾ ਲੱਗਦਾ ਕਿ ਗੁਰੂ ਨਾਨਕ ਸਾਹਿਬ ਜਿਹੜੇ ਆ ਉਹ ਸ਼ਬਦ ਦੇ ਧਾਰਨੀ ਆ, ਉਹ ਗ੍ਰਸਤੀ ਜੀਵਨ ਦੇ ਵਿੱਚ ਵਿਸ਼ਵਾਸ ਰੱਖਦੇ ਆ। ਪਰ ਜਦੋਂ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਨੂੰ ਦੇਖਦੇ ਆ ਤੇ ਵੇਖਣ ਵਾਲਾ ਇਹ ਗੱਲ ਵੇਂਦਾ ਆ ਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਧਰਮ ਉਦਾਸੀਨਤਾ ਦਾ ਧਰਮ ਆ, ਭਾਵ ਜੰਗਲਾਂ ਬੇਲਿਆਂ ਨੂੰ ਜਾਣ ਵਾਲਾ ਧਰਮ ਆ। ਪਰ ਫਿਰ ਜਦੋਂ ਭਾਈ ਗੁਰਦਾਸ ਜੀ ਦੀ ਆਪਾਂ ਇਹ 38ਵੀਂ ਪੌੜੀ ਪੜ੍ਹਦੇ ਹਾਂ ਪਹਿਲੀ ਵਾਰ ਦੀ, ਜਾਂ ਆਪਾਂ ਇਤਿਹਾਸ ਪੜ੍ਹਦੇ ਹਾਂ ਕਰਤਾਰਪੁਰੇ ਦਾ, ਤੇ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਫਿਰ ਬਾਬਾ ਆਇਆ ਕਰਤਾਰਪੁਰ, ਕੀ ਕੀਤਾ, ਭੇਖ ਉਦਾਸੀ ਸਗਲ ਉਤਾਰਾ। ਗੁਰੂ ਨਾਨਕ ਸਾਹਿਬ ਨੇ ਜਿਹੜਾ ਉਦਾਸੀ ਦਾ ਭੇਖ ਧਾਰਨ ਕੀਤਾ ਸੀ ਉਹ ਉਤਾਰ ਦਿੱਤਾ। ਉਦਾਸੀਆਂ ਦਾ ਜਿਹੜਾ ਭੇਖ ਧਾਰਨ ਕੀਤਾ ਸੀ, ਜਦੋਂ ਮੱਕੇ ਵੱਲ ਨੂੰ ਗਏ ਉਹਨਾਂ ਵਾਲੇ ਕੱਪੜੇ ਪਹਿਨ ਲਏ, ਜਦੋਂ ਜਗਨਨਾਥਪੁਰੀ ਗਏ ਉਦੋਂ ਉਹਨਾਂ ਵਾਲੇ ਕੱਪੜੇ ਪਹਿਨ ਲਏ। ਸਤਿਗੁਰਾਂ ਨੇ ਇਹ ਸਾਰਾ ਕੁਝ ਉਤਾਰ ਕੇ ਕਰਤਾਰਪੁਰ ਦੀ ਧਰਤੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਬੈਠ ਗਏ ਆ। ਪੈਰ ਸੰਸਾਰੀ ਕੱਪੜੇ, ਸੰਸਾਰੀਆਂ ਵਾਲੇ ਕੱਪੜੇ, ਜਿਵੇਂ ਆਮ ਆਪਣੇ ਘਰਾਂ ਦੇ ਬਜ਼ੁਰਗ ਪਹਿਨਦੇ ਸੀ, ਉਸ ਸਮੇਂ ਚਾਦਰਾ ਕੁੜਤਾ ਜ਼ਿਆਦਾ ਚੱਲਦਾ ਸੀ, ਇਸ ਤਰ੍ਹਾਂ ਦੇ ਕੱਪੜੇ। ਤੇ ਉਸੇ ਤਰ੍ਹਾਂ ਸਤਿਗੁਰਾਂ ਨੇ ਸੰਸਾਰੀ ਕੱਪੜੇ ਪਹਿਨ ਕੇ ਮੰਜੀ ਬੈਠ ਕੀਆ ਅਵਤਾਰਾ, ਮੰਜੀ ਤੇ ਸਤਿਗੁਰੂ ਬੈਠ ਗਿਆ। ਤੇ ਸਤਿਗੁਰਾਂ ਨੇ ਇਹ ਇੱਕ ਅਵਤਾਰ ਜਿਹੜਾ ਧਾਰਿਆ ਹੈ ਨਾ ਗੁਰੂ ਨਾਨਕ ਸਾਹਿਬ ਨੇ, ਉਹ ਇਹੀ ਹੈ ਕਿ ਮੰਜੀ ਬੈਠ ਕੇ ਆਪਣਾ ਅਵਤਰਨ ਕੀਤਾ ਹੈ, ਆਪਣਾ ਆਪ ਜਨਾਇਆ, ਭਾਵ ਬਿਰਾਜੇ ਹਨ ਗੁਰੂ ਨਾਨਕ ਸਾਹਿਬ। ਮੰਜੀ ਉੱਤੇ ਬੈਠ ਕੇ ਉਪਦੇਸ਼ ਦੇਣਾ ਆਰੰਭ ਕੀਤਾ ਹੈ। ਜਿਵੇਂ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕਰਦੇ ਹਾਂ, ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਵੀ ਸੰਗਤਾਂ ਨੂੰ ਉਸੇ ਤਰ੍ਹਾਂ ਮੰਜੀ ਉੱਤੇ ਬੈਠ ਕੇ ਉਪਦੇਸ਼ ਦਿੰਦੇ ਹਨ। ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਉਲਟੀ ਗੰਗ ਵਹਾਏ ਆਉਣ ਗੁਰ ਅੰਗਦ ਸਿਰ ਉੱਪਰ ਧਾਰਾ। ਉਲਟੀ ਗੰਗਾ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਵਹਾ ਦਿੱਤੀ। ਕਿਹੜੀ ਉਲਟੀ ਗੰਗਾ? ਕਿਉਂਕਿ ਪਿਛਲੇ ਸਮਿਆਂ ਦੇ ਅੰਦਰ ਸਾਧ ਸੰਗਤ ਜਿੰਨੇ ਵੀ ਹੋਏ ਆ ਨਾਰਾਜ਼ੇ ਹੋ ਗਏ, ਭਾਵੇਂ ਧਾਰਮਿਕ ਹੋਣ। ਅੱਜ ਵੀ ਉਹ ਗੱਲ ਹੈ, ਖੈਰ, ਭਾਵੇਂ ਕੋਈ ਧਾਰਮਿਕ ਹੋਵੇ, ਭਾਵੇਂ ਕੋਈ ਰਾਜਾ ਹੋਵੇ, ਕੋਈ ਵੀ ਹੋਵੇ, ਉਹ ਕਦੀ ਵੀ ਕਿਸੇ ਦੂਸਰੇ ਬੰਦੇ ਨੂੰ ਆਪਣੀ ਜਗ੍ਹਾ ਦੇ ਉੱਤੇ ਥਾਪ ਕੇ ਨਹੀਂ ਜਾਂਦਾ। ਉਹ ਹਮੇਸ਼ਾ ਆਪਣੇ ਪੁੱਤਰਾਂ ਨੂੰ, ਧੀਆਂ ਨੂੰ ਜਾਂ ਆਪਣੇ ਰਿਸ਼ਤੇਦਾਰ ਨੂੰ ਥਾਪ ਕੇ ਜਾਂਦਾ। ਇਹ ਪਹਿਲੀ ਵਾਰੀ ਇਹ ਹੋਇਆ ਸੀ ਇਸ ਜਗਤ ਦੇ ਵਿੱਚ ਕਿ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਕਿਸੇ ਚੇਲੇ ਨੂੰ ਗੁਰਤਾ ਗੱਦੀ ਦਿੱਤੀ ਹੋਵੇ। ਉਲਟੀ ਗੰਗ ਵਹਾਈ ਹੋਣ, ਆਪਣੀ ਉਲਟੀ ਗੰਗਾ ਵਹਾ ਦਿੱਤੀ। ਗੁਰ ਅੰਗਦ ਸਿਰ ਉੱਪਰ ਧਾਰਾ, ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿਰ ਦੇ ਉੱਤੇ ਗੁਰਤਾ ਗੱਦੀ ਦਾ ਛਤਰ ਜਿਹੜਾ ਉਹ ਚਲਾ ਦਿੱਤਾ ਗੁਰੂ ਨਾਨਕ ਸਾਹਿਬ ਨੇ। ਇਹ ਉਲਟੀ ਗੰਗਾ ਸੀ। ਪੁੱਤਰੀ ਕੌਲ ਨਾ ਪਾਲਿਆ, ਮਨ ਕੁੱਟੇ ਆਕੀ ਨਿਸਿਆਰਾ। ਕਿਉਂ ਸਤਿਗੁਰਾਂ ਨੇ ਭਾਈ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਅੰਗਦ ਬਣਾ ਕੇ ਸਿਰ ਉੱਪਰ ਛਤਰ ਫਰਾਇਆ? ਕਿਉਂਕਿ ਸਤਿਗੁਰਾਂ ਦੇ ਪੁੱਤਰ ਸ਼੍ਰੀ ਚੰਦ ਤੇ ਲਖਮੀ ਦਾਸ ਨੇ ਜਿਹੜਾ ਸੀ ਪੁੱਤਰੀ ਕੌਲ ਨਾ ਪਾਲਿਆ। ਗੁਰੂ ਨਾਨਕ ਸਾਹਿਬ ਜੀ ਦਾ
ਜੋ ਉਪਦੇਸ਼ ਸੀ ਉਹਨੂੰ ਨਹੀਂ ਮੰਨਿਆ। ਜੋ ਗੁਰੂ ਨਾਨਕ ਸਾਹਿਬ ਕਹਿੰਦੇ ਸਨ ਉਹਦੇ ਉਸ ਵਿੱਚ ਖਰੇ ਨਹੀਂ ਉਤਰੇ, ਕਿਉਂਕਿ ਸ੍ਰੀ ਚੰਦ ਜੀ ਕਹਿੰਦੇ ਸਨ ਉਦਾਸੀਆਂ ਚੰਗੀਆਂ, ਉਦਾਸ ਦੀਨਤਾ ਧਾਰਨ ਕਰ ਲਈ। ਇਸ ਕਰਕੇ ਉਤਰੀ ਕੌਲ ਨਾ ਪਾਲਿਆ, ਮਨ ਖੁੱਟੇ ਆਕੀ ਨਿਸਿਆਰਾ, ਮਨ ਤੋਂ ਖੁੱਟੇ ਹੋ ਗਏ, ਆਕੀ ਹੋ ਗਏ ਗੁਰੂ ਨਾਨਕ ਸਾਹਿਬ ਤੋਂ। ਫਿਰ ਚਲੋ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ ਵੀ ਦਿੱਤਾ ਇਹਨਾਂ ਨੂੰ। ਭਾਵ ਫਿਰ ਇਹ ਪਾਸੇ ਹੋ ਗਏ। ਫਿਰ ਗੁਰੂ ਨਾਨਕ ਸਾਹਿਬ ਨੇ ਇਹ ਜਿਹੜੀ ਉਲਟੀ ਗੰਗ ਵਹਾ ਦਿੱਤੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿਰ ਦੇ ਉੱਪਰ। ਸਤਿਗੁਰਾਂ ਨੇ ਛਤਰ ਝੁਲਾ ਦਿੱਤਾ। ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੇ ਅੰਧਿਆਰਾ। ਗੁਰੂ ਨਾਨਕ ਸਾਹਿਬ ਜੀ ਇਸ ਜਗ੍ਹਾ ਦੇ ਉੱਤੇ ਬਾਣੀ ਮੁਖੋਂ ਉਚਾਰਦੇ ਆ। ਜੋ ਗੁਰਬਾਣੀ ਸਾਡੇ ਕੋਲ ਅੱਜ ਸਾਨੂੰ ਮਿਲਦੀ ਹੈ ਨਾ, ਵੇਖੋ ਇਹ ਬਾਣੀ ਉਸ ਸਮੇਂ ਸਤਿਗੁਰਾਂ ਨੇ ਉਚਾਰਨ ਕੀਤੀ ਹੈ। ਉਸ ਸਮੇਂ ਦੀ ਬਾਣੀ ਅੱਜ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ। ਪੰਜਾਬ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਇਹ ਜਿਹੜਾ ਪ੍ਰਕਾਸ਼ ਹੋ ਰਿਹਾ ਹੈ, ਇਹ ਉੱਥੋਂ ਹੀ ਨਿਕਲਿਆ ਹੈ। ਕਰਤਾਰਪੁਰ ਦੀ ਧਰਤੀ ਤੋਂ ਹੀ ਇਹ ਮਰਿਆਦਾ ਬਣੀ ਹੈ। ਗੁਰੂ ਨਾਨਕ ਸਾਹਿਬ ਨੇ ਬਾਣੀ ਆਪਣੇ ਮੁਖ 'ਚ ਉਚਾਰਦੇ ਆ, ਹੋਏ ਰੁਸ਼ਨਾਈ ਮਿਟੇ ਅੰਧਿਆਰਾ, ਜਿਸ ਦੇ ਨਾਲ ਸੰਸਾਰ ਦੇ ਵਿੱਚ ਰੁਸ਼ਨਾਈ ਹੁੰਦੀ ਹੈ ਤੇ ਸਾਰੇ ਪਾਸੇ ਉਹ ਹਨੇਰਾ ਜਿਹੜਾ ਉਹ ਨਾਸ਼ ਹੋ ਰਿਹਾ। ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ। ਹੁਣ ਜਿਹੜਾ ਵੀ ਗਿਆਨ ਦਾ ਧਾਰਨੀ ਸੀ, ਜਿਹਦੇ ਅੰਦਰ ਇਹ ਜਗਿਆਸਾ ਸੀ ਕਿ ਮੈਂ ਧਰਮ ਦੀ ਕੋਈ ਗੱਲ ਸੁਣਾ, ਮੈਂ ਨਾਮ ਦੀ ਕੋਈ ਗੱਲ ਸੁਣਾ, ਮੈਂ ਬੰਦਗੀ ਦੀ ਕੋਈ ਗੱਲ ਸੁਣਾ, ਜਾਂ ਜਿਨ੍ਹਾਂ ਦੇ ਅੰਦਰ ਇਹ ਸੰਸੇ ਸਨ ਕਿ ਕਿਵੇਂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾਵੇ, ਕੀ ਰਾਹ ਹੈ, ਕਿਹੜਾ ਰਾਹ ਹੈ, ਗੁਰੂ ਨਾਨਕ ਸਾਹਿਬ ਦਾ ਮਤ ਕੀ ਕਹਿੰਦਾ, ਉਹ ਫਿਰ ਇਸ ਕਰਤਾਰਪੁਰ ਦੀ ਧਰਤੀ ਤੇ ਆਉਣੇ ਸ਼ੁਰੂ ਹੋ ਗਏ। ਭਾਵੇਂ ਉਹ ਮੁਸਲਮਾਨ ਸਨ, ਭਾਵੇਂ ਉਹ ਹਿੰਦੂ ਸਨ, ਜੋਗੀ ਸਨ, ਸੰਨਿਆਸੀ ਸਨ, ਜਿੰਨੇ ਵੀ ਸਨ, ਉਹ ਜੋਟੀਆਂ ਬਣਾ ਕੇ ਇਸ ਜਗ੍ਹਾ ਦੇ ਉੱਤੇ ਆਉਣੇ ਸ਼ੁਰੂ ਹੋ ਗਏ ਕਰਤਾਰਪੁਰ ਸਾਹਿਬ ਦੀ ਧਰਤੀ ਤੇ। ਗਿਆਨ ਗੋਸ਼ਟ ਚਰਚਾ ਸਦਾ, ਇਸ ਜਗ੍ਹਾ ਦੇ ਉੱਤੇ ਫਿਰ ਉਹਨਾਂ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗਿਆਨ ਗੋਸ਼ਟ ਹੁੰਦੀ ਹੈ। ਗੁਰੂ ਨਾਨਕ ਸਾਹਿਬ ਉਹਨਾਂ ਨੂੰ ਉਪਦੇਸ਼ ਦਿੰਦੇ ਆ। ਗੁਰੂ ਨਾਨਕ ਸਾਹਿਬ ਆਪਣਾ ਮਤ ਪ੍ਰਗਟ ਕਰਦੇ ਆ ਕਿ ਸਿੱਖੀ ਦੀ ਰੀਤ ਕੀ ਹੈ, ਉਹ ਗੁਰੂ ਨਾਨਕ ਸਾਹਿਬ ਇਹਨਾਂ ਨੂੰ ਸਮਝਾਉਂਦੇ ਆ। ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ। ਫਿਰ ਉਸ ਜਗ੍ਹਾ ਦੇ ਉੱਤੇ ਅਨਹਦ ਸ਼ਬਦ ਜਿਹੜੇ ਉੱਠਦੇ ਆ, ਧੁਨਾਂ ਉੱਠਦੀਆਂ, ਰਬਾਬ ਦੀਆਂ, ਕੀਰਤਨ ਹੁੰਦਾ ਹੈ ਚਾਰੇ ਪਾਸੇ। ਫਿਰ ਇਸ ਤਰ੍ਹਾਂ ਦਾ ਮਾਹੌਲ ਬਣਿਆ ਜਿਵੇਂ ਸੰਗਤ ਹੋ ਰਹੀ ਆ। ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬੈਠ ਕੇ ਸਾਰੇ ਉਪਦੇਸ਼ ਲੈਂਦੇ ਆ ਤੇ ਗੁਰੂ ਨਾਨਕ ਸਾਹਿਬ ਮੰਜੀ ਉੱਤੇ ਬੈਠ ਕੇ ਸਾਰਿਆਂ ਦੇ ਨਾਲ ਗਿਆਨ ਗੋਸ਼ਟ ਕਰਦੇ ਆ, ਆਪਣਾ ਮਤ ਪ੍ਰਗਟ ਕਰਦੇ ਆ, ਸਾਰਿਆਂ ਨੂੰ ਦੱਸਦੇ ਕਿ ਧਰਮ ਹੈ ਕੀ, ਨਾਮ ਕੀ ਹੈ, ਬੰਦਗੀ ਕੀ ਹੈ, ਕਿਵੇਂ ਜਪਣਾ ਹੈ। ਤੇ ਸਾਰਾ ਉਪਦੇਸ਼ ਧੰਨ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਦੱਸਦੇ ਆ। ਇਤੋਂ ਹੀ ਗੁਰੂ ਨਾਨਕ ਸਾਹਿਬ ਨੇ ਜਿਹੜੀ ਆ ਸੰਗਤ ਦੀ ਜਿਹੜੀ ਗੱਲ ਹੈ ਨਾ, ਆਪਾਂ ਬੈਠਦੇ ਆ, ਸਤ ਸੰਗਤ ਕਰਦੇ ਆ, ਉਹ ਸਾਨੂੰ ਇਸ ਪੰਕਤੀ ਤੋਂ ਪਤਾ ਲੱਗਦਾ ਕਿ ਇਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਪੱਕੇ ਤੌਰ ਤੇ ਸੰਗਤ ਨੂੰ ਪ੍ਰਤੱਖ ਰੂਪ ਦੇ ਵਿੱਚ ਪ੍ਰਗਟ ਕੀਤਾ। ਹਾਂ, ਗੁਰੂ ਨਾਨਕ ਸਾਹਿਬ ਜਿਸ ਜਗ੍ਹਾ ਦੇ ਉੱਤੇ ਗਏ, ਉੱਥੇ ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਇੱਕ ਧਰਮਸ਼ਾਲਾ ਬਣਾ ਲਓ, ਉੱਥੇ ਬੈਠ ਕੇ ਪਰਮੇਸ਼ਰ ਦੇ ਗੁਣਗਾਨ ਕਰੋ। ਇਹ ਗੁਰੂ ਨਾਨਕ ਸਾਹਿਬ ਕਹਿ ਕੇ ਆਏ ਸਨ ਜਿੱਥੇ ਵੀ ਜਾਂਦੇ, ਭਾਵੇਂ ਸੱਜਣ ਠੱਗ ਕੋਲ ਗਏ ਤੇ ਭਾਵੇਂ ਹੋਰ ਵੀ ਜਿਸ ਕੋਲ ਵੀ ਗਏ। ਪਰ ਇਸ ਜਗ੍ਹਾ ਦੇ ਉੱਤੇ ਮਹਾਰਾਜ ਨੇ ਉਹ ਪ੍ਰਤੱਖ ਕਰਕੇ ਦਿਖਾਇਆ। ਸਿਰਫ ਕਿਹਾ ਹੀ ਨਹੀਂ ਲੋਕਾਂ ਨੂੰ, ਆਪ ਵੀ ਗੁਰੂ ਨਾਨਕ ਸਾਹਿਬ ਨੇ ਇਸ ਜਗ੍ਹਾ ਤੇ ਬੈਠ ਕੇ ਤੇ ਸੰਗਤ ਨੂੰ ਪੱਕੇ ਤੌਰ ਤੇ ਪਰਪੱਕ ਕੀਤਾ ਕਿ ਸੰਗਤ ਕਰਨੀ ਕਿਵੇਂ ਆ, ਕਿਵੇਂ ਸੰਗਤ ਦੇ ਵਿੱਚ ਬੈਠਣਾ ਹੈ, ਸਾਰਾ ਊਚ ਨੀਚ ਦਾ ਭੇਦ ਭਾਵ ਕਿਵੇਂ ਮਿਟਾਉਣਾ ਹੈ। ਇਸ ਜਗ੍ਹਾ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਨੇ ਸਾਰੀਆਂ ਸੰਗਤਾਂ ਨੂੰ ਸਿਖਾਇਆ। ਤੇ ਫਿਰ ਅਗਲੀ ਮਰਿਆਦਾ ਕੀ ਹੈ, ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਜੋ ਸਾਡੀ ਮਰਿਆਦਾ ਹੈ, ਅਸੀਂ ਬਾਣੀ ਪੜ੍ਹਦੇ ਹਾਂ ਅੰਮ੍ਰਿਤ ਵੇਲੇ, ਸ਼ਾਮ ਨੂੰ ਬਾਣੀ ਪੜ੍ਹਦੇ ਹਾਂ, ਉਸ ਆਰਤੀ ਸੋ ਦਰ, ਇਹ ਸਾਰੀ ਗੱਲ ਜਿਹੜੀ ਹੈ ਭਾਈ ਗੁਰਦਾਸ ਜੀ ਨੇ ਲਿਖੀ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਭਾਵ ਦਿਨ ਵੇਲੇ ਜਦੋਂ ਚੜ੍ਹਾਅ ਹੁੰਦਾ ਹੈ ਸੂਰਜ ਚੜ੍ਹਨ ਤੋਂ ਪਹਿਲਾਂ, ਜਪਜੀ ਸਾਹਿਬ ਦਾ ਉਚਾਰਨ ਕਰਦੇ ਆ। ਭਾਵ ਉਦੋਂ ਜਪਜੀ ਸਾਹਿਬ ਦੀ ਬਾਣੀ ਲਿਖੀ ਗਈ ਸੀ, ਸੋਦਰ ਦੀ ਬਾਣੀ ਵੀ ਸਤਿਗੁਰਾਂ ਨੇ ਲਿਖ ਲਈ ਸੀ, ਤੇ ਆਰਤੀ ਦੀ ਬਾਣੀ ਦਾ ਕਿਹੜਾ ਸ਼ਬਦ ਹੈ, ਗਗਨ ਮੈਂ ਥਾਲ ਰਾਵ ਚੰਦ ਦੀਪਕ। ਇਹ ਉਸ ਸਮੇਂ ਇਹ ਸ਼ਬਦ ਉਚਾਰਨ ਕੀਤੇ ਜਾਂਦੇ ਸਨ। ਹੁਣ ਸੋਦਰ ਦਾ ਸ਼ਬਦ ਕਿਹੜਾ ਹੈ, ਉਸ ਸਮੇਂ ਦਾ ਸੋਦਰ ਦਾ ਸ਼ਬਦ, ਸੋਦਰ ਤੇਰਾ ਕਿਹਾ ਸੋ ਘਰ ਕਿਹਾ, ਇਹਦਾ ਮਤਲਬ ਉਸ ਸਮੇਂ ਸੋਦਰ ਦਾ ਸ਼ਬਦ ਵੀ ਉਚਾਰਨ ਸਤਿਗੁਰਾਂ ਨੇ ਕਰ ਲਿਆ ਸੀ। ਆਰਤੀ ਵਾਲਾ ਗਗਨ ਮੈਂ ਥਾਲ ਉਹ ਤੇ ਜਗਨਨਾਥਪੁਰੀ ਹੋ ਗਿਆ ਸੀ। ਫਿਰ ਸਤਿਗੁਰਾਂ ਨੇ ਜਪਜੀ ਸਾਹਿਬ ਦਾ ਵੀ ਇੱਥੇ ਉਚਾਰਨ ਕਰ ਲਿਆ ਸੀ। ਜਪਜੀ ਸਾਹਿਬ ਵੀ ਇੱਥੇ ਸਤਿਗੁਰਾਂ ਨੇ ਲਿਖ ਕੇ ਰੱਖ ਲਿਆ ਸੀ। ਸੰਗਤਾਂ ਉਸ ਸਮੇਂ ਅੰਮ੍ਰਿਤ ਵੇਲੇ ਉੱਠਦੀਆਂ, ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਉਚਾਰਨ ਹੁੰਦਾ। ਫਿਰ ਸੋਦਰ ਤੇ ਆਰਤੀ ਦਾ ਉਚਾਰਨ ਜਿਹੜਾ ਸੀ ਇਹ ਵੀ ਉੱਥੇ ਹੋਣ ਲੱਗਾ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ। ਤੇ ਭਾਈ ਗੁਰਦਾਸ ਜੀ ਅਖੀਰਲੀ ਪੰਕਤੀ 'ਚ ਕਹਿੰਦੇ ਆ
ਕਹਿੰਦੇ ਕਿ ਗੁਰਮੁਖ ਭਾਰ ਅਥਰਬਨ ਭਾਰਾ, ਕਿ ਗੁਰਮੁਖ ਨੇ ਭਾਰ ਅਥਰਬਨ ਭਾਵ ਸਤਿਗੁਰਾਂ ਨੇ ਇਹ ਵਿਸ਼ੇਸ਼ ਤੌਰ ਤੇ ਦੱਸਿਆ। ਅਥਰਬਨ ਜਿਹੜਾ ਵੇਦ ਹੋਇਆ ਹੈ, ਸਤਿਗੁਰਾਂ ਨੇ ਦੱਸਿਆ ਗੁਰਮੁਖ ਭਾਰ ਅਥਰਬਨ ਤਾਰਾ। ਸਤਿਗੁਰਾਂ ਨੇ ਜੋ ਮਰਿਆਦਾ ਦੱਸੀ ਹੈ ਗੁਰਮੁਖ ਹੋ ਕਰਕੇ ਅਥਰਬਨ ਵੇਦ ਦੇ ਭਾਰ ਨੂੰ ਖਤਮ ਕਰ ਦਿੱਤਾ। ਭਾਵ ਲੋਕਾਂ ਦੇ ਅੰਦਰ ਜਿਹੜੇ ਵੇਦਾਂ ਦੀ ਗੱਲ ਸੀ ਨਾ ਕਿ ਉਹਦੇ ਵਿੱਚੋਂ ਵੇਦਾਂ 'ਚੋਂ ਆਹ ਕਰਮ ਕਾਂਡ ਕਰੋ, ਉਹ ਕਰਮ ਕਾਂਡ ਕਰੋ, ਤੇ ਗੁਰੂ ਨਾਨਕ ਸਾਹਿਬ ਨੇ ਉਹ ਭਾਰ ਲੋਕਾਂ ਦੇ ਸਿਰ ਤੋਂ ਲਾ ਦਿੱਤਾ ਤੇ ਸਾਰਿਆਂ ਨੂੰ ਤਾਰ ਦਿੱਤਾ। ਕਿਵੇਂ ਤਾਰਿਆ? ਸਤਿਗੁਰਾਂ ਨੇ ਕਿਹਾ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਪੜ੍ਹਨੀ ਆ, ਸੋਦਰ ਪੜ੍ਹਨਾ, ਆਰਤੀ ਕਰਨੀ ਆ ਪਰਮੇਸ਼ਰ ਦੀ, ਇਹ ਬਾਣੀ ਪੜ੍ਹਨੀ ਆ, ਤੇ ਬਾਣੀ ਪੜ੍ਹਨ ਦੇ ਨਾਲ ਤੁਹਾਡਾ ਕਲਿਆਣ ਹੋਊਗਾ। ਇਹ ਸਤਿਗੁਰਾਂ ਨੇ ਇਸ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਮਰਿਆਦਾ ਬੰਨ੍ਹ ਦਿੱਤੀ, ਤੇ ਜਿਹੜੀ ਮਰਿਆਦਾ ਅੱਜ ਵੀ ਸਾਡੇ ਅੰਦਰ ਕਾਇਮ ਆ। ਅਸੀਂ ਵੀ ਸਵੇਰੇ ਜਪਜੀ ਪੜ੍ਹਦੇ ਹਾਂ, ਉਸ ਤੋਂ ਬਾਅਦ ਸਤਿਗੁਰਾਂ ਨੇ ਚਲੋ ਸਾਨੂੰ 5 ਬਾਣੀਆਂ ਬਖਸ਼ਿਸ਼ ਕੀਤੀਆਂ, ਅਸੀਂ ਉਹ ਪੜ੍ਹਦੇ ਹਾਂ, ਸਾਡੇ ਪੰਥ ਨੇ ਮਰਿਆਦਾ ਬਣਾ ਦਿੱਤੀ। ਪਰ ਇਹ ਸਭ ਤੋਂ ਪਹਿਲੀ ਮਰਿਆਦਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਸਾਨੂੰ ਪਤਾ ਲੱਗਦਾ ਭਾਈ ਗੁਰਦਾਸ ਜੀ ਦੀਆਂ ਇਹਨਾਂ ਵਾਰਾਂ ਦੇ ਵਿੱਚੋਂ ਕਿ ਗੁਰੂ ਨਾਨਕ ਸਾਹਿਬ ਨੇ ਇਹ ਮਰਿਆਦਾ ਦਾ ਮੁੱਢ ਜਿਹੜਾ ਸੀ ਕਰਤਾਰਪੁਰੇ ਦੀ ਧਰਤੀ ਦੇ ਉੱਤੇ ਆਪ ਹੀ ਬੰਨ੍ਹ ਦਿੱਤਾ ਸੀ। ਸੰਗਤ ਦੀ ਮਰਿਆਦਾ ਵੀ ਬੰਨੀ ਹੈ, ਮਹਾਰਾਜ ਨੇ ਗਿਆਨ ਗੋਸ਼ਟ ਚਰਚਾ ਸਦਾ। ਫਿਰ ਸਤਿਗੁਰਾਂ ਨੇ ਇਸ ਜਗ੍ਹਾ ਦੇ ਉੱਤੇ ਨਿਤਨੇਮ ਦੀ ਵੀ ਮਰਿਆਦਾ ਬੰਨੀ ਹੈ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ ਉਸ ਗੱਲ ਨੂੰ ਵੀ ਪੱਕਾ ਕੀਤਾ ਹੈ ਜੋ ਲਿਖਿਆ ਹੈ ਨਾ ਭਾਈ ਸੱਤਾ ਦੇ ਬਲਵੰਡ ਜੀ ਨੇ, ਜੋ ਦੋਹਾ ਜੁਗਤ ਸਾਇ ਸਹਿ ਕਾਇਆ ਫਿਰ ਪਲਟੀ ਹੈ। ਉਸ ਗੱਲ ਨੂੰ ਸਤਿਗੁਰਾਂ ਨੇ ਇੱਥੇ ਪੱਕਾ ਕੀਤਾ ਹੈ ਕਿ ਜੋਤ ਉਹਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ, ਕਿ ਜਿਹਦੇ ਅੰਦਰ ਜੋਤ ਟਿਕਾਉਣੀ ਹੈ ਉਹਦੀ ਜੁਗਤ ਆਪ ਗੁਰਾਂ ਨੇ ਆਪਣੇ ਵਰਗੀ ਬਣਾਉਣੀ ਹੈ। ਜੁਗਤ ਤੋਂ ਭਾਵ ਉਹਦਾ ਕਾਰ ਵਿਹਾਰ, ਉਹ ਜੁਗਤੀ ਉਹ ਕਾਰ ਵਿਹਾਰ ਮਹਾਰਾਜ ਨੇ ਆਪ ਆਪਣੇ ਵਰਗਾ ਬਣਾ ਕੇ ਫਿਰ ਉਹਦੇ ਅੰਦਰ ਆਪਣੀ ਜਿਹੜੀ ਪਰਮੇਸ਼ਰ ਦੀ ਜੋਤ ਉਹ ਟਿਕਾਈ ਹੈ। ਇਸੇ ਤਰ੍ਹਾਂ ਫਿਰ ਅੱਗੇ ਗੁਰੂ ਸਾਹਿਬਾਨਾਂ ਨੇ ਜਦੋਂ ਅਸੀਂ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦਿੱਤੀ, ਆਪਣੇ ਪੁੱਤਰਾਂ ਨੂੰ ਦਿੱਤੀ। ਫਿਰ ਗੁਰੂ ਅੰਗਦ ਦੇਵ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਹੈ। ਫਿਰ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਤੇ ਗੁਰੂ ਰਾਮਦਾਸ ਆਪਣੇ ਜਵਾਈ ਨੂੰ ਗੁਰਤਾ ਗੱਦੀ ਦਿੱਤੀ। ਫਿਰ ਉਸ ਤੋਂ ਬਾਅਦ ਅਸੀਂ ਇਤਿਹਾਸ 'ਚ ਪੜ੍ਹਿਆ ਕਿ ਫਿਰ ਇਹ ਜਿਹੜੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਉਣ ਵਾਰੋ ਵਾਰੀ, ਫਿਰ ਤੇ ਚਲੋ ਇਹ ਗੁਰਤਾ ਗੱਦੀ ਹੀ ਗੁਰੂ ਅਮਰਦਾਸ ਮਹਾਰਾਜ ਦੇ ਵਰ ਦੇ ਨਾਲ ਬੀਬੀ ਭਾਨੀ ਜੀ ਦੇ ਝੋਲੀ ਪਾ ਦਿੱਤੀ ਕਿ ਹੁਣ ਇਹ ਗੁਰਤਾ ਗੱਦੀ ਸੋਢੀਆਂ ਦੇ ਵਿੱਚ ਰਹੇਗੀ। ਤਾਂ ਕਰਕੇ ਫਿਰ ਇੱਥੋਂ ਤੱਕ ਜਿਹੜੀ ਗੁਰਤਾ ਗੱਦੀ ਹੈ ਇਹ ਉਲਟੀ ਗੰਗ ਹੀ ਵਹਾਈ ਹੈ ਸਤਿਗੁਰਾਂ ਨੇ। ਪਰ ਉਹਦੇ ਵਿੱਚ ਵੀ ਇਹ ਗੱਲ ਪ੍ਰਤੱਖ ਹੈ ਕਿ ਗੁਰੂ ਸਾਹਿਬ ਹਰ ਸਮੇਂ ਜਦੋਂ ਗੁਰਤਾ ਗੱਦੀ ਜਿਹੜੀ ਹੁੰਦੀ ਹੈ ਉਹਦੀ ਇੱਕ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਤੇ 10ਵੇਂ ਪਾਤਸ਼ਾਹ ਤੱਕ ਜਿਹੜਾ ਹੈ ਇਹ ਇੱਕ ਮਰਿਆਦਾ ਬਣੀ ਕਿ ਉਸ ਸਮੇਂ ਜੋ ਹੈ ਉਹਨੂੰ ਪਰਖਿਆ ਜ਼ਰੂਰ ਜਾਂਦਾ ਸੀ, ਜਿਹਦੀ ਗੁਰਤਾ ਗੱਦੀ ਜਿਹਨੂੰ ਦੇਣੀ ਹੈ। ਹਾਂ, ਇਹ ਤੇ ਵਡਿਆਈ ਉਸ ਪਰਮੇਸ਼ਰ ਦੇ ਦਰ ਤੋਂ ਮਿਲੀ ਹੈ, ਪਰ ਇਸ ਨੂੰ ਫਿਰ ਵੀ ਪ੍ਰਤੱਖ ਤੌਰ ਦੇ ਉੱਤੇ ਪਰਖਿਆ ਜਾਂਦਾ ਸੀ। ਸੋ ਸਤਿਗੁਰਾਂ ਨੇ ਇਹ ਸਭ ਤੋਂ ਪਹਿਲਾਂ ਜਦੋਂ ਆਪਾਂ ਇਸ ਪੌੜੀ ਦੇ ਵਿੱਚ ਪੜ੍ਹਦੇ ਹਾਂ, ਪਹਿਲਾਂ ਇਹ ਗੱਲ ਸਤਿਗੁਰਾਂ ਨੇ ਪ੍ਰਤੱਖ ਕੀਤੀ ਕਿ ਸਿੱਖ ਧਰਮ ਦੀ ਇੱਕ ਵੱਖਰੀ ਹੋਂਦ ਹੈ ਤੇ ਉਹ ਉਦਾਸੀਆਂ ਦੀ ਤਰ੍ਹਾਂ ਕੱਪੜੇ ਪਹਿਨ ਕੇ ਸਿਰਫ ਭ੍ਰਮਣ ਨਹੀਂ ਕਰਦਾ, ਉਹ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਪਰਮੇਸ਼ਰ ਦਾ ਗੁਣਗਾਨ ਕਰਦਾ ਹੈ। ਤੇ ਇਸ ਜਗ੍ਹਾ ਦੇ ਉੱਤੇ ਫਿਰ ਸਤਿਗੁਰਾਂ ਨੇ ਆਪ ਗੁਣਗਾਨ ਵੀ ਕੀਤਾ ਤੇ ਸਾਰਿਆਂ ਨੂੰ ਉਪਦੇਸ਼ ਵੀ ਬਖਸ਼ਿਸ਼ ਕੀਤਾ। ਤੇ ਫਿਰ ਨਾਲ ਹੀ ਸਾਨੂੰ ਇਹ ਵੀ ਪਤਾ ਲੱਗਦਾ ਕਿ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਸਤਿਗੁਰਾਂ ਨੇ ਆਪ ਹੱਲ ਚਲਾ ਕੇ ਇਸ ਜਗ੍ਹਾ ਦੇ ਉੱਤੇ ਖੇਤੀ ਵੀ ਕੀਤੀ। ਉਸ ਖੇਤੀ ਦੇ ਵਿੱਚੋਂ ਜਿਹੜਾ ਵੀ ਸਾਧ ਸੰਗਤ ਜੋ ਵੀ ਹੁੰਦਾ ਸੀ ਅਨਾਜ, ਉਹ ਸੰਗਤ ਦੇ ਵਿੱਚ ਜਦੋਂ ਜਿਹੜੀ ਸੰਗਤ ਆਉਂਦੀ ਸੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਵਾਸਤੇ ਗੁਰੂ ਨਾਨਕ ਸਾਹਿਬ ਆਪ ਖੇਤੀ ਕਰਿਆ ਕਰਦੇ ਸਨ। ਸੋ ਇਸ ਤਰ੍ਹਾਂ ਸਿੱਖ ਧਰਮ ਇੱਕ ਗ੍ਰਸਤੀ ਧਰਮ ਦੇ ਰੂਪ ਦੇ ਵਿੱਚ ਪ੍ਰਤੱਖ ਇੱਥੇ ਆਉਂਦਾ, ਸਾਨੂੰ ਪਤਾ ਲੱਗਦਾ। ਫਿਰ ਦੂਸਰਾ, ਸਿੱਖ ਧਰਮ ਦੇ ਵਿੱਚ ਗੁਰਤਾ ਜਿਹੜੀ ਹੈ ਉਹ ਹਰ ਕਿਸੇ ਨੂੰ ਨਹੀਂ ਦਿੱਤੀ ਜਾਂਦੀ, ਪਰਖਿਆ ਜਾਂਦਾ ਹੈ, ਵੇਖਿਆ ਜਾਂਦਾ ਹੈ। ਜਿਹੜਾ ਆਪਣੇ ਆਪ ਦੇ ਵਿੱਚ ਉਹਨਾਂ ਸਿੱਖਿਆਵਾਂ ਨੂੰ ਧਾਰਨ ਕਰਦਾ, ਜੋ ਉਸ ਜੁਗਤੀ ਨੂੰ ਧਾਰਨ ਕਰਦਾ, ਜਿਹੜੀ ਜੋਤ ਪ੍ਰਤੱਖ ਚਾਹੁੰਦੀ ਹੈ ਉਸ ਜੁਗਤੀ ਨੂੰ ਧਾਰਨ ਕਰਦਾ, ਉਹਨੂੰ ਹੀ ਇਹ ਗੁਰਤਾ ਬਖਸ਼ਿਸ਼ ਹੁੰਦੀ ਹੈ। ਫਿਰ ਸਾਨੂੰ ਇੱਥੋਂ ਪਤਾ ਲੱਗਦਾ ਕਿ ਗੁਰੂ ਨਾਨਕ ਸਾਹਿਬ ਨੇ ਇੱਥੇ ਬਾਣੀ ਉਚਾਰਨ ਕੀਤੀ ਹੈ। ਫਿਰ ਪਤਾ ਲੱਗਦਾ ਕਿ ਇਸ ਜਗ੍ਹਾ ਦੇ ਉੱਤੇ ਸੰਗਤ ਦਾ ਪ੍ਰਭਾਵ ਸੀ, ਸੰਗਤ ਆਉਂਦੀ ਸੀ ਦੂਰੋਂ ਦੂਰੋਂ। ਫਿਰ ਇੱਥੇ ਇੱਕ ਮਰਿਆਦਾ ਹੋਰ ਬੰਨੀ ਹੈ, ਸੰਗਤ ਦੀ ਮਰਿਆਦਾ ਬੰਨੀ ਹੈ। ਫਿਰ ਇੱਥੇ ਸਾਡੇ ਨਿਤਨੇਮ ਦੀ ਮਰਿਆਦਾ ਸਤਿਗੁਰਾਂ ਨੇ ਬੰਨੀ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਲੋਕਾਂ ਦੇ ਮਨਾਂ ਦੇ ਵਿੱਚੋਂ ਉਹ ਗੱਲ ਹੀ ਖਤਮ ਕਰ ਦਿੱਤੀ ਜੋ ਲੋਕ ਸ਼ਾਸਤਰਾਂ ਵੇਦਾਂ ਦੇ ਪਿੱਛੇ ਲੱਗ ਕੇ ਚੱਲਦੇ ਸਨ। ਮਹਾਰਾਜ ਨੇ ਸ਼ਬਦ ਦਾ ਉਪਦੇਸ਼ ਜਿਹੜਾ ਸੀ ਉਹ
ਸੰਸਾਰ ਦੇ ਲੋਕਾਂ ਨੂੰ ਦਿੱਤਾ। ਸੋ ਇਸ ਤਰ੍ਹਾਂ ਸਾਧ ਸੰਗਤ ਸਾਨੂੰ ਇਸ ਪੌੜੀ ਤੋਂ ਇਹ ਵਿਸ਼ੇਸ਼ ਤੌਰ ਦੇ ਉੱਤੇ ਪਤਾ ਲੱਗਦਾ ਹੈ ਕਿ ਕੀ ਸਾਡੇ ਸਿੱਖ ਧਰਮ ਦੀ ਮਰਿਆਦਾ, ਕੀ ਵਿਸ਼ਾ ਹੈ, ਕਿਵੇਂ ਇਹ ਸਾਰਾ ਕੁਝ ਚੱਲਦਾ ਹੈ। ਸੋ ਕਰਤਾਰਪੁਰ ਕੋਰੀਡੋਰ ਖੁੱਲ ਚੁੱਕਾ ਹੈ, ਪਰ ਫਿਲਹਾਲ ਕੋਵਿਡ-19 ਦਾ ਕਰਕੇ ਬੰਦ ਹੈ। ਪਰ ਆਉਣ ਵਾਲੇ ਸਮੇਂ 'ਚ ਕਿਤੇ ਕਿੰਨਾ ਕੁ ਚਿਰ ਬੰਦ ਰਹੇਗਾ, ਖੁੱਲ੍ਹੇਗਾ, ਅਤੇ ਜਦੋਂ ਖੁੱਲ੍ਹੇਗਾ ਆਪ ਜੀ ਨੇ ਜ਼ਰੂਰ ਦਰਸ਼ਨ ਕਰਨ ਜਾਣਾ, ਕਿਉਂਕਿ ਉੱਥੇ ਸਾਡੀ ਬਹੁਤ ਵੱਡਾ ਸਾਡਾ ਇਤਿਹਾਸ ਹੈ। ਸਾਰਿਆਂ ਨੇ ਜ਼ਰੂਰ ਦਰਸ਼ਨ ਕਰਨ ਜਾਂ ਪਰਿਵਾਰਾਂ ਸਮੇਤ ਉੱਥੇ ਜਾਣਾ ਹੈ। ਬੜਾ ਸੋਹਣਾ ਪਾਕਿਸਤਾਨ ਦੀ ਸਰਕਾਰ ਨੇ ਉਹ ਸਿਸਟਮ ਕੀਤਾ ਹੈ। ਕੁਝ ਲੋਕ ਇਹਦਾ ਵਿਰੋਧ ਵੀ ਕਰਦੇ ਆ, ਪਰ ਵਿਰੋਧ ਕਰਨ ਵਾਲੇ ਕਰੀ ਜਾਂਦੇ, ਪਰ ਸਾਡੇ ਅਸਥਾਨ ਸਾਂਝੇ ਹਨ, ਸਾਡਾ ਗੁਰੂ ਸਾਂਝਾ, ਇਸ ਕਰਕੇ ਸਾਡੇ ਗੁਰੂ ਦੇ ਕੋਲ ਅਸੀਂ ਆਪਣੇ ਗੁਰੂ ਦੇ ਅਸਥਾਨ 'ਤੇ ਨਮਸਕਾਰਾਂ ਕਰਨ ਜਾਣੀਆਂ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਜਿਹੜੀ ਦੁਨੀਆ ਅੱਜ ਵੀ ਉਹਨਾਂ ਖੇਤਾਂ ਦੇ ਵਿੱਚ ਵੱਜਦੀ ਪਈ ਹੈ। ਜੇ ਅਸੀਂ ਦਰਸ਼ਨ ਕਰੀਏ ਜਾ ਕੇ, ਪਤਾ ਲੱਗਦਾ ਕਿ ਸਾਡਾ ਬਾਬਾ ਇੱਥੇ ਹੱਲ ਮਾਉਂਦਾ ਰਿਹਾ, ਸਾਡੇ ਬਾਬੇ ਨੇ ਇੱਥੇ ਮੰਜੀ 'ਤੇ ਬੈਠ ਕੇ ਤੇ ਲੋਕਾਂ ਨੂੰ ਉਪਦੇਸ਼ ਦਿੱਤੇ ਆ। ਉਹ ਸਾਨੂੰ ਫੇਰ ਹੀ ਪਤਾ ਲੱਗੇਗਾ ਜਦੋਂ ਅਸੀਂ ਉਸ ਜਗ੍ਹਾ ਦੇ ਉੱਤੇ ਜਾ ਕੇ ਦਰਸ਼ਨ ਕਰਾਂਗੇ। ਸੋ ਸਾਧ ਸੰਗਤ, ਸਮਾਂ ਹੋ ਚੁੱਕਾ ਹੈ, ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸੋ ਇਸੇ ਤਰ੍ਹਾਂ ਹੀ ਕਲਾਸਾਂ ਚੱਲ ਰਹੀਆਂ ਹਨ, ਕਥਾ ਵੀ ਚੱਲ ਰਹੀ ਹੈ। ਆਪ ਜੀ ਹਾਜ਼ਰੀਆਂ ਜਿਹੜੇ ਭਰ ਰਹੇ ਹੋ, ਆਪ ਸਭ ਸੰਗਤ ਦਾ ਧੰਨਵਾਦ। ਜਿਹੜੇ ਨਹੀਂ ਹਾਜ਼ਰੀਆਂ ਭਰ ਰਹੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਜ਼ਰੂਰ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਿਆ ਕਰੋ। ਸੋ ਇੰਨੀਆਂ ਕੁ ਬੇਨਤੀਆਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।